ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਕਦੀ ਮੁਕਾਮੀ ਸਮਾਜ ਅੱਗੇ ਅਤੇ ਲੇਖਕ ਪਿੱਛੇ ਪਿੱਛੇ, ਕਦੀ ਲੇਖਕ ਦਾ ਖਿਆਲ ਆਪਣੇ ਸਮਿਆਂ ਤੋਂ ਕਿਤੇ ਅਗਾਂਹ ਤੇ ਸਮਾਜ ਬਹੁਤ ਪਿੱਛੇ। ਇਹ ਵਰਤਾਰਾ ਤੇ ਨਿਰੰਤਰ ਦਿਸਦਾ ਆਇਆ। ਦੁਨੀਆ ਭਰ ਵਿੱਚ ਪੜ੍ਹਿਆਂ ਨੇ ਬੜੀਆਂ ਬਹਿਸਾਂ ਸੁਣੀਆਂ ਹਨ, ਕੀਤੀਆਂ ਹਨ। ਕੀ ਲੇਖਕਾਂ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਹੁੰਦੀ ਹੈ? ਇਹ ਸਮਾਜਿਕ ਜ਼ਿੰਮੇਵਾਰੀ ਹੁੰਦੀ ਕੀ ਬਲਾ ਹੈ? ਇਹ ਪੇਚੀਦਾ ਸਵਾਲ ਹਨ। ਮੇਰੇ ਵਰਗੇ ਅਦਨੇ ਜੇ ਤਾਲਿਬੇ ਇਲਮ ਲਈ ਤਾਂ ਸਿਲੇਬਸ ਤੋਂ ਹੀ ਬਾਹਰ ਹਨ। ਮੈਂ ਤਾਂ ਸਿਰਫ ਇੰਨਾ ਹੀ ਪੁੱਛਣਾ ਜਾਣਨਾ ਚਾਹ ਰਿਹਾ ਹਾਂ ਕਿ ਸਾਡਾ ਅੱਜ ਦਾ ਲੇਖਕ, ਪੰਜਾਬੀ ਲੇਖਕ, ਸਾਡੀ ਜ਼ਿੰਦਗੀ ਦੇ ਯਥਾਰਥ ਨੂੰ ਕਿਵੇਂ ਚਿਤਰਿਤ ਕਰ ਰਿਹਾ? ਕੀ ਉਹ ਸਾਡੀ ਰਾਜਨੀਤੀ, ਸਾਡੇ ਸਮਾਜ ਦੀਆਂ ਤਹਿਾਂ ਫਰੋਲ, ਸਾਨੂੰ ਸਮਾਜ ਨੂੰ ਸ਼ੌਰ ਹਾਸਲ ਕਰਨ ਵਿੱਚ ਮਦਦਗਾਰ ਹੋ ਰਿਹਾ? ਕੀ ਉਹ ਐਸੀਆਂ ਕਹਾਣੀਆਂ, ਐਸੇ ਨਾਵਲ, ਐਸੇ ਨਾਟਕ, ਐਸੇ ਅਫਸਾਨੇ, ਐਸੀਆਂ ਫਿਲਮਾਂ ਲਿਖ ਰਿਹਾ, ਰਚ ਰਿਹਾ, ਜਿਨ੍ਹਾਂ ਨੂੰ ਪੜ੍ਹ ਕੇ, ਵਾਚ ਕੇ, ਸਮਝ ਕੇ ਕਿਸੇ ਨੂੰ ਸਾਡੇ ਸਮਿਆਂ ਬਾਰੇ, ਸਾਡੇ ਜੀਵਨ, ਸਾਡੀ ਜਵਾਨੀ, ਸਾਡੇ ਬੁਢਾਪੇ, ਸਾਡੇ ਪ੍ਰਵਾਸ ਬਾਰੇ, ਸਾਡੇ ਤੌਖਲਿਆਂ, ਆਸਾਂ, ਸਾਡੇ ਸੁਪਨਿਆਂ ਬਾਰੇ ਕੋਈ ਡੂੰਘੀ ਸਮਝ ਪਵੇ, ਜਿਸ ਨੂੰ ਪੜ੍ਹ ਕੇ ਅਸੀਂ ਆਪਣੇ ਆਪ ਨਾਲ ਫਿਰ ਇੱਕ ਸੰਵਾਦ ਕਰੀਏ? ਕੋਈ ਸਾਡੀ ਕਥਾ ਵੀ ਕਹਿ ਰਿਹਾ ਹੈ ਕਿ ਆਪਣੀਆਂ ਹੀ ਕਹਾਣੀਆਂ, ਕਵਿਤਾਵਾਂ, ਨਾਵਲਾਂ, ਨਾਟਕਾਂ ਨਾਲ ਵਰਕੇ ਕਾਲੇ ਕਰ ਕਰ ਢੇਰਾਂ ਕਿਤਾਬਾਂ ਛਾਪ, ਇਨਾਮਾਂ ਦੀ ਆਪਾ ਧਾਪੀ ਵਿੱਚ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿੱਚ ਮਹਾਨ ਹੋਈ ਜਾ ਰਿਹਾ। ਅੱਜ ਮੇਰੇ ਨਾਲ ਦੋ ਐਸੀਆਂ ਸ਼ਖਸੀਅਤਾਂ ਜੁੜੀਆਂ ਹਨ ਸਟੂਡੀਓ ਵਿੱਚ, ਜਿਹੜੀਆਂ ਕਥਾ, ਕਹਾਣੀ, ਕਵਿਤਾ ਦੀ ਦੁਨੀਆ ਦੇ ਬਸ਼ਿੰਦੇ ਵੀ ਹਨ, ਆਲੋਚਕ ਵੀ ਹਨ, ਸਾਹਿਤ ਸਭਾਵਾਂ ਦੇ ਲੰਬੜਦਾਰ ਵੀ ਹਨ। ਲੇਖਕਾਂ ਦੀ ਰਚਨ ਪ੍ਰਕਿਰਿਆ ਅਤੇ ਉਹਨਾਂ ਦੀਆਂ ਯੂਨੀਅਨਾਂ ਵਿਚਲੀਆਂ ਸਿਆਸਤਾਂ ਨੂੰ ਵੀ ਸਮਝਦੇ ਹਨ। ਪ੍ਰੋਫੈਸਰ ਗੁਰਭਜਨ ਗਿੱਲ ਜੀ ਮੇਰੇ ਨਾਲ ਹਨ, ਕਵੀ, ਆਲੋਚਕ, ਪੰਜਾਬੀ 'ਚ ਪਤਾ ਨਹੀਂ ਕੀ ਸ਼ਬਦ ਇਹਦੇ ਲਈ ਹੋਵੇਗਾ, ਰਿਕੰਤਿਓਰ, ਬਾਤ ਬਤਾਨੇ ਵਾਲੇ, ਗੱਲ ਪਾਉਣ ਵਾਲੇ, ਬਾਤ ਪਾਉਣ ਵਾਲੇ। ਤੇ ਮੇਰੇ ਨਾਲ ਜੁੜ ਰਹੇ ਨੇ ਡਾਕਟਰ ਸੁਖਦੇਵ ਸਿੰਘ ਸਿਰਸਾ ਜੀ। ਡਾਕਟਰ ਸੁਖਦੇਵ ਸਿੰਘ ਸਿਰਸਾ ਜੀ ਨੇ ਲੰਬਾ ਸਮਾਂ ਯੂਨੀਵਰਸਿਟੀਆਂ ਦੇ ਕੈਂਪਸਿਸ ਦੇ ਵਿੱਚ ਗੁਜ਼ਾਰਿਆ, ਜਿੱਥੇ ਵਿਦਿਆਰਥੀਆਂ ਨੂੰ ਕਥਾ, ਕਹਾਣੀ, ਅਫਸਾਨੇ, ਸਾਹਿਤ ਦੇ ਨਾਲ ਵਾਕਫੀਅਤ ਕਰਵਾਈਏ, ਤੇ ਲੇਖਕਾਂ ਦੀ ਸੰਗਤ ਵਿੱਚ ਗੁਜ਼ਾਰਿਆ। ਕੇਂਦਰੀ ਲੇਖਕ ਸਭਾ ਦੇ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵੀ ਰਹੇ, ਜਨਰਲ ਸਕੱਤਰ ਵੀ ਰਹੇ। ਫਿਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਵਾਲੀ, ਖੈਰ ਉਹਦੇ ਤੇ ਇਹ ਦੋਨੋਂ ਹੀ ਸੱਜਣ ਸਾਬਕਾ ਪ੍ਰਧਾਨ ਹਨ। ਤੋ ਜਿਹੜੀ ਲੇਖਕਾਂ ਦੀ ਯੂਨੀਅਨਾਂ ਵਾਲੀ ਮੈਂ ਗੱਲ ਕੀਤੀ ਹੈ, ਜਿਹਨੂੰ ਲੇਖਕਾਂ ਦੀ ਲੰਬੜਦਾਰੀ ਕਹਿੰਦੇ ਨੇ, ਉਹਦੇ ਵੀ ਵੱਡੇ ਘੁਲਾਟੀਏ ਹਨ। ਗੁਰਭਜਨ ਗਿੱਲ ਜੀ, ਮੇਰੇ ਇਬਤਦਾਈਏ ਦੇ ਵਿੱਚ ਸਵਾਲ ਤੇ ਸਾਰੇ ਆ ਹੀ ਗਏ ਨੇ। ਕੀ ਸਾਡਾ ਅੱਜ ਦਾ ਪੰਜਾਬੀ ਲੇਖਕ ਸਾਡੀ ਅੱਜ ਦੀ ਜ਼ਿੰਦਗੀ ਦੇ ਨਾਲ, ਸਾਡੀ ਅੱਜ ਦੀ ਸਿਆਸਤ ਦੇ ਨਾਲ ਜੁੜੀ ਕੋਈ ਵੱਡੀ ਕਥਾ, ਕਹਾਣੀ, ਕਵਿਤਾ, ਫਿਲਮ ਕਹਿ ਰਿਹਾ ਕਿ ਵਰਕੇ ਖੂਬ ਕਾਲੇ ਹੋ ਰਹੇ ਨੇ? ਕਿਉਂਕਿ ਕਿਤਾਬਾਂ ਜਿੰਨੀਆਂ ਛਪ ਰਹੀਆਂ ਨੇ, ਪੁੱਛੋ ਹੀ ਨਾ, ਧੜਾ ਧੜ ਵਿਕ ਵੀ ਰਹੀਆਂ ਨੇ, ਪੜ੍ਹੀਆਂ ਵੀ ਜਾ ਰਹੀਆਂ ਨੇ, ਲੋਕਾਂ ਦੇ ਮਨਾਂ 'ਚ ਰਚ ਵੀ ਰਹੀਆਂ ਨੇ। ਸੁਰਖਰੂ ਹੋ ਰਿਹਾ ਲੇਖਕ? ਹੁਣ ਤਾਂ ਤੁਸੀਂ ਇੰਨਿਆਂ ਨਾਲ ਵਿਗਾੜ ਚੁੱਕੇ ਹੋ ਕਿ ਅੱਜ ਬੇਫਿਕਰੀ ਨਾਲ ਗੱਲ ਕਰੋ। ਮੈਂ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਵਿਗਾੜਨੀ ਚਾਹਾਂਗਾ ਜੀ। ਹਕੀਕਤ ਇਹ ਹੈ ਕਿ ਜਿਹੜੀ ਸਮਾਜਿਕ ਯਥਾਰਥ ਦੀ ਗੱਲ ਹੈ ਨਾ, ਉਹ ਲੇਖਕ ਦੀ ਪਕੜ ਵਿੱਚ ਨਹੀਂ ਆ ਰਹੀ। ਉਹਦਾ ਕਾਰਨ ਇਹ ਹੈ ਕਿ ਉਹ ਸਿਰਫ ਲੇਖਕ ਹੈ, ਉਹ ਨਾ ਤਾਂ ਸੋਸ਼ਲ ਜਿਹੜੀ ਸਾਡੀ ਇੰਜੀਨੀਅਰਿੰਗ ਹੈ ਉਹਦਾ ਭੇਤੀ ਹੋ ਰਿਹਾ, ਨਾ ਇਕੋਨੋਮਿਕ ਜਿਹੜੇ ਰਿਲੇਸ਼ਨਸ਼ਿਪ ਨੇ, ਆਰਥਿਕ ਰਿਸ਼ਤੇ ਤਾਣੇ ਬਣੇ ਜਿਹੜੇ ਬਦਲ ਰਹੇ ਨੇ, ਉਹਨਾਂ ਦੇ ਵੱਲ ਉਹਨਾਂ ਰਜੂਅ ਜਿਹੜਾ, ਈਵਨ ਉਹਨਾਂ ਵੱਲ ਰਜੂਅ ਤਾਂ ਉਹਨਾਂ ਸਾਡੇ ਇਕੋਨਮਿਸਟ ਦਾ ਵੀ ਨਹੀਂ ਹੈਗਾ ਜਿੰਨਾ ਰਜੂਅ ਉਹਦਾ ਵੀ ਹੋਣਾ ਚਾਹੀਦਾ। ਜਿਹੜਾ ਆਪਸੀ ਸੰਵਾਦ ਹੁੰਦਾ ਸੀ ਕਿਸੇ ਵਕਤ ਸਮਾਜ ਸ਼ਾਸਤਰੀ ਦਾ, ਨਗਰ ਸਾਡੀ ਜਿਹੜੀ ਸੋਚ ਹੈ, ਖਾਸ ਕਰਕੇ ਜਿਹਨੂੰ ਪੋਲੀਟੀਕਲ ਸਾਇੰਸ ਕਹਿੰਦੇ ਆ ਜੀ, ਨਾਗਰਿਕ ਸ਼ਾਸਤਰ, ਉਹਦੇ ਨਾਲ ਰਾਬਤਾ ਸਮਾਜ ਸ਼ਾਸਤਰੀ ਦਾ ਕੋਈ ਨਹੀਂ। ਸਮਾਜ ਸ਼ਾਸਤਰੀ ਦਾ ਅੱਗੋਂ ਅਰਥ ਸ਼ਾਸਤਰੀ ਦਾ ਕੋਈ ਰਿਸ਼ਤਾ ਨਹੀਂ। ਏਡੀ ਸੁਪਰੀਮ ਆਈਸੋਲੇਸ਼ਨ ਦੇ ਵਿੱਚ ਲੇਖਕ ਬੈਠਾ, ਇੰਨੀ ਸੁਪਰੀਮ ਆਈਸੋਲੇਸ਼ਨ 'ਚ ਇਕੋਨੋਮਿਸਟ ਵੀ ਬੈਠਾ, ਸੋਸ਼ੀਓਲੋਜਿਸਟ ਵੀ ਬੈਠਾ, ਈਵਨ ਪੋਲੀਟੀਕਲ ਸਾਇੰਟਿਸਟ ਵੀ ਬੈਠਾ। ਔਰ ਉਸ ਤੋਂ ਇਲਾਵਾ ਜਿਹੜੀ ਗੱਲ ਬੜੀ ਫਿਕਰ ਵਾਲੀ ਗੱਲ ਇਹ ਹੈ ਕਿ ਇਹਦਾ ਕਿਸੇ ਵਕਤ ਧੁਰਾ ਹੁੰਦਾ ਸੀ ਧਰਤੀ, ਧਰਤੀ ਦੀ ਮਰਿਆਦਾ ਤੇ ਧਰਮ ਸ਼ਾਸਤਰ। ਉਹ ਸਾਰਾ ਉਹਨੂੰ ਸੰਭਾਲ ਕੇ ਰੱਖਦਾ ਸੀ, ਉਹਨੂੰ ਇੱਕ ਪਿਵਟ ਪੋਜੀਸ਼ਨ ਦੇ ਵਿੱਚ ਰੱਖ ਕੇ ਵੀ ਉਹਨੂੰ ਐਂਕਰਿੰਗ ਉਹਦੀ ਕਰਦਾ ਸੀ ਕਿ ਉਹ ਹਿੱਲਦਾ ਨਹੀਂ ਸੀ ਆਪਣੇ ਥਾਂ ਤੋਂ। ਉਹ ਆਲੇ ਦੁਆਲੇ ਘੁਮਾ ਕੇ ਤੇ ਕੁਝ ਐਨਾਲਿਟੀਕਲ ਆਈ ਨਾਲ ਕੋਈ ਨਾ ਕੋਈ ਚੀਜ਼ ਡਿਵੈਲਪ ਕਰਕੇ ਦਿੰਦਾ ਸੀ, ਜਿਹੜੀ ਲਿਖਤ ਸਰੂਪ ਦੇ ਵਿੱਚ ਆਉਂਦੀ ਸੀਗੀ। ਔਰ ਸਾਡੇ ਪੰਜਾਬੀ 'ਚ ਵੀ ਕਈ ਕਿਤਾਬਾਂ ਐਸੀਆਂ ਹੋਈਆਂ ਜਿਨ੍ਹਾਂ ਨੇ ਸਾਡਾ ਸੋਸ਼ਲ ਫੈਬਰਿਕ ਬੜਾ ਤਬਦੀਲ ਕੀਤਾ। ਉਹਨਾਂ ਦੇ 'ਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਲਿਖਤਾਂ, ਜਿਹਦੇ ਵਿੱਚ ਮੈਨੂੰ ਇਹ ਵੀ ਯਾਦ ਹੈ ਕਿ ਮੇਰੇ ਬਚਪਨ ਵੇਲੇ ਇਸ਼ਤਿਹਾਰ ਸ਼ਬਦ ਹੁੰਦਾ ਸੀ ਪ੍ਰੀਤਲੜੀ ਦੇ ਵਿੱਚ
ਕਿ ਫਲਾਂ ਆਦਮੀ ਦਾ ਬੱਚਾ ਹੂੰ। ਵਿਆਹੁਣਯੋਗ ਹੈ। ਬਿਲਕੁਲ ਸਾਡੇ ਨਾਲ ਉਹੀ ਰਿਸ਼ਤੇ ਦੀ ਗੱਲ ਤੋਰੇ ਜਿਹਦੇ ਵਿਚਾਰ ਪ੍ਰੀਤਲੜੀ ਅਨੁਸਾਰ ਹੋਣ। ਵਾਹ। ਉਸ ਤੋਂ ਅੱਗੇ ਚੱਲੀਏ, ਹੂੰ ਜਸਵੰਤ ਸਿੰਘ ਕਮਲ ਬੜਾ ਵੱਡਾ ਕੋਈ ਪੋਲੀਟੀਕਲ ਥਿੰਕਰ ਨਹੀਂ ਸੀ, ਹੂੰ। ਪਰ ਇਹਦੇ ਬਾਵਜੂਦ ਰਾਤ ਬਾਕੀ ਹੈ ਨੇ ਪੋਲੀਟੀਕਲ ਥਿੰਕਰ ਬਣਾਏ ਬਹੁਤ ਨੇ, ਬਹੁਤ- ਰਾਤ ਬਾਕੀ ਹੈ ਬਹੁਤ- ਨੇ, ਲਹੂ ਦੀ ਲੋਹ ਨੇ ਪੋਲੀਟੀਕਲ ਥਿੰਕਰ ਚਰਨ ਆਊਟ ਕੀਤਾ ਇਹਨੇ। ਮੈਂ ਕਹਿੰਦਾ ਜੀ ਉਹਨੇ ਜਿਵੇਂ ਕਹਿੰਦੇ ਨਾ, ਜਿਵੇਂ 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 ਮਧਾਣੀ ਗੁੱਲ ਰਿੜਕਦਾ ਹੈ, ਉਹਨੇ ਸੁਸਾਇਟੀ ਨੂੰ ਰਿੜਕ ਕੇ ਸਾਨੂੰ ਮੱਖਣ ਕੱਢ ਕੇ ਦਿੱਤਾ ਹੈ। ਉਹਨਾਂ ਦੋ ਨਾਵਲਾਂ ਨੇ ਸਾਨੂੰ ਉਹ ਵਾਕਈ ਥਿੰਕਰ ਦਿੱਤੇ ਜਿਹੜੇ ਲੋਕਾਂ ਦੇ ਕੋਲ ਅੱਜ ਉਹ ਤੀਸਰਾ ਨੇਤਰ ਜਾਂ ਵਿਸ਼ਲੇਸ਼ਣੀ ਅੱਖ ਵਾਲਾ ਕੰਮ ਹੈਗਾ। ਹੁਣ ਮੈਂ ਮਹਿਸੂਸ ਕਰਦਾ ਕਿ ਸਾਡਾ ਲੇਖਕ ਜਿੰਨਾ ਚਿਰ ਸਾਰੇ ਵਰਤਾਰੇ ਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦਾ, ਉਹਨਾਂ ਚਿਰ ਸਮਾਜਿਕ ਯਥਾਰਥ ਤੋਂ ਵਾਕਿਫ ਨਹੀਂ ਹੋ ਸਕਦਾ। ਮੈਂ ਇਹਦੇ ਨਾਲ ਜੁੜੀ ਗੱਲ ਕਹਾਂਗਾ ਕਿ ਜਦੋਂ ਮੈਂ ਪ੍ਰਧਾਨ ਬਣ ਗਿਆ 2010 ਦੇ ਵਿੱਚ, ਤੇ ਸੁਖਦੇਵ ਮੇਰੇ ਨਾਲ ਜਨਰਲ ਸੈਕਟਰੀ ਸੀ, ਅਸੀਂ ਇਕੱਠੇ ਸੀ 4 ਸਾਲ, ਅਸੀਂ ਦੋਵੇਂ ਨਾਲ ਨਾਲ ਤੁਰੇ। ਅਸੀਂ ਸੋਚਿਆ ਕਿ ਸਾਡਾ ਜਿਹੜਾ ਫਿਕਸ਼ਨ ਰਾਈਟਰ ਹੈ ਉਸ ਨੂੰ ਐਜੂਕੇਟ ਕਰਨ ਵਾਸਤੇ, ਗੱਲ ਜਿਹਨੂੰ ਕਹਿੰਦੇ ਆਪਾਂ ਨਾਵਲ ਤੇ ਕਹਾਣੀ ਕਹਿੰਦੇ, ਉਹਨੂੰ ਸਿਆਣਾ ਕਰਨ ਵਾਸਤੇ ਅਸੀਂ ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ, ਸਿਹਤ ਵਿਗਿਆਨੀ, ਬਾਕੀ ਸ਼ੋਬਿਆਂ ਦੇ ਲੋਕਾਂ ਨੂੰ ਬੁਲਾਈਏ, ਇਹਨਾਂ ਨੂੰ ਬੁਲਾਈਏ ਇਹਨਾਂ ਨੂੰ। ਅਸੀਂ 4 ਖੇਤਰ ਚੁਣ ਲਏ, ਮਾਲਵਾ, ਮਾਝਾ, ਦੁਆਬਾ ਤੇ ਸੈਂਟਰਲ, ਨਹੀਂ ਪੁਆਧ ਨਹੀਂ, ਉਹਦੇ ਜਿਵੇਂ ਕਿ ਝੂਠ ਮਾਰੀਏ, ਅਸੀਂ ਪੁਆਧ ਕਹਿ ਸਕਦੇ ਹਾਂ। ਚੰਡੀਗੜ੍ਹ 'ਚ ਸੈਮੀਨਾਰ ਕੀਤਾ ਸੀ, ਕ੍ਰੈਡਿਟ ਕੀਤਾ ਸੀਗਾ। ਪੁਆਧ ਹੁਣ ਤੁਸੀਂ ਦੱਸਿਆ ਤੇ ਚੇਤਾ ਆ ਗਿਆ ਵੀ ਪੁਆਧ ਕਹਿ ਸਕਦੇ ਹਾਂ ਉਹਨੂੰ, ਕਿਉਂਕਿ ਪੁਆਧ ਨੂੰ ਉਜਾੜ ਕੇ ਤੇ ਚੰਡੀਗੜ੍ਹ ਵਸਾਇਆ ਸੀ। ਅੱਛਾ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਥਾ ਵੀ ਖੂਬਸੂਰਤੀ ਨਾਲ ਅਜੇ ਨਹੀਂ ਕਹੀ ਗਈ ਪੰਜਾਬੀ ਦੇ ਵਿੱਚ, ਇਹ ਵੀ ਨਹੀਂ ਕਹੀ ਗਈ, ਪੁਆਧ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ। ਅਜੇ ਅਸੀਂ ਦੇਸ਼ ਨੂੰ ਅਸੀਂ ਇਹ ਕਹਾਣੀ ਵੀ ਨਹੀਂ ਦੱਸੀ, ਇਹ ਕਹਾਣੀ ਨਹੀਂ ਦੱਸੀ ਅਜੇ ਜੀ। ਹੁਣ ਚੰਡੀਗੜ੍ਹ ਵਾਲੇ ਸੈਮੀਨਾਰ ਤੋਂ ਬਿਨਾਂ ਕਿਸੇ ਵੀ ਇੱਕ ਸੈਮੀਨਾਰ ਦੇ ਵਿੱਚ ਸਾਡੇ ਕੋਲੇ 5 ਤੋਂ ਵੱਧ ਲੇਖਕ ਨਹੀਂ ਆਏ। ਗੁੱਡਨੈਸ। ਜਲੰਧਰ ਵਾਲੇ ਚ ਕੋਈ ਉਹ ਤੁਹਾਡੇ ਜਿਹੜੇ ਸਾਂਝੇ ਸਾਲ ਸੀ ਉਹ ਤਾਂ ਖੈਰ ਬਹੁਤ ਪ੍ਰੋਡਕਟਿਵ ਗਏ ਸੀ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਗਲਪ ਲੇਖਕ ਦਾ ਰੁਝਾਨ ਹੀ ਨਹੀਂ ਕਿ ਨਵੇਂ ਗਿਆਨ ਨੂੰ ਅਟੇਨ ਕੀਤਾ ਜਾਵੇ। ਇਹ ਅਸਲ 'ਚ ਇਹਦੇ ਬਾਰੇ ਗੱਲਬਾਤ ਕਰਨ ਦਾ ਖਿਆਲ ਕਿਉਂ ਆਇਆ, ਕਿਉਂਕਿ ਡਾਕਟਰ ਸੁਖਦੇਵ ਸਿੰਘ ਜੀ ਇੱਕ ਜਿਸ ਵੇਲੇ ਕਿਸਾਨ ਅੰਦੋਲਨ ਚੱਲ ਰਿਹਾ ਸੀ, ਇੱਕ ਬਹੁਤ ਨੈਰੇਟਿਵ ਵਿੱਚ ਚਲਾਇਆ ਗਿਆ ਕਿ ਪੰਜਾਬੀ ਲੇਖਕ ਦੇਖੋ ਕਿਵੇਂ ਨਿਤਰ ਕੇ ਆਇਆ ਮੈਦਾਨ ਦੇ ਵਿੱਚ, ਦੇਖੋ ਇਹਨੇ ਕਿਵੇਂ ਮੁਹਾਜ਼ ਖੋਲਿਆ ਹੋਇਆ, ਕੋਲ ਆਪ ਲੜ ਰਿਹਾ ਅੱਗੇ ਹੋ ਕੇ। ਸੱਚੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਲੇਖਕਾਂ, ਕਵੀਆਂ, ਅਫਸਾਨਿਆਂ ਨੇ ਕਦੀ ਇਹ ਬੈਂਡ ਵੈਗਨ ਤੇ ਚੜ੍ਹੇ ਹੀ ਨੇ। ਇਹ ਹਮੇਸ਼ਾ ਇਹਨਾਂ ਨੇ ਕਦੀ ਲੀਡ ਨਹੀਂ ਕੀਤਾ, ਇਹ ਹਮੇਸ਼ਾ ਪਿੱਛੇ ਹੀ ਲੱਗੇ ਨੇ। ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਹੁੰਦਾ। ਮੈਂ ਅੱਜ ਤੁਹਾਡੇ ਵਾਂਗ ਹੀ, ਉਹ ਵੀ ਚੰਗੇ ਕ੍ਰਿਟਿਕ ਨੇ, ਪ੍ਰੋਫੈਸਰ ਨੇ, ਡਾਕਟਰ ਸੁਰਜੀਤ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਵਾਲੇ, ਮੈਂ ਉਹਨਾਂ ਨੂੰ ਵੈਸੇ ਹੀ ਪੁੱਛਿਆ ਕਿ ਆਜ਼ਾਦੀ ਬਾਰੇ, ਪਾਰਟੀਸ਼ਨ ਬਾਰੇ, ਅਸੀਂ ਤੇ ਵੰਡ ਦੇ ਮਾਰੇ ਲੋਕ ਹਾਂ, ਲਾਸ਼ਾਂ ਦੇ ਉੱਤੋਂ ਲੰਘ ਕੇ ਆਏ ਹਾਂ। ਕੋਈ ਇੱਥੇ ਬੈਠਾ ਸੀ, ਕੋਈ ਪਾਕਿਸਤਾਨ ਬੈਠਾ ਸੀ, ਉਹ ਪੰਜਾਬੀ ਦੇ ਵਿਚਾਰੇ ਦੇ ਥੱਲੋਂ ਹੀ ਕਿਸੇ ਨੇ ਜ਼ਮੀਨ ਬਦਲ ਦਿੱਤੀ ਤੇ ਉਹ ਦੇਸ਼ ਨਵਾਂ ਬਣ ਗਿਆ, ਉਹ ਪਾਕਿਸਤਾਨੀ ਹੋ ਗਿਆ। ਕੋਈ ਹਿੰਦੁਸਤਾਨੀ ਬਣਨ ਲਈ ਮੇਰਾ ਬਾਪ ਉਧਰੋਂ ਉੱਠ ਕੇ ਇੱਧਰ ਆਇਆ ਤਾਂ ਜਾ ਕੇ ਹਿੰਦੁਸਤਾਨੀ ਹੋਇਆ। ਤੇ ਸਾਡੇ ਕੋਲ ਪਾਰਟੀਸ਼ਨ ਦਾ ਕਿਹੜਾ ਵੱਡਾ ਨਾਵਲ ਹੈ, ਕਿਹੜਾ ਵੱਡਾ ਨੈਰੇਟਿਵ ਆ? ਉਹਨਾਂ ਨੇ ਕਿਹਾ ਟ੍ਰੇਨ ਟੂ ਪਾਕਿਸਤਾਨ ਦੇ ਬਰਾਬਰ ਵੀ ਕੁਝ ਨਹੀਂ ਹੈਗਾ। ਕੁੱਲ ਮਿਲਾ ਕੇ ਕਤੂਤਾਂ ਵਾਲਾ ਖੂਹ, ਈਚੋਗਿਲ ਨਹਿਰ ਤੱਕ ਕੁਝ ਹੋਰ ਨਾਲ ਜੋੜ ਦਿਓ। ਤੁਸੀਂ ਮੈਨੂੰ ਸਮਝਾ ਰਹੇ ਸੀ ਬਈ ਇੱਕ ਚਮਨ ਨਹਿਲ ਦਾ ਆਜ਼ਾਦੀ ਵੀ ਨਾਲ ਜੋੜ ਦਿਓ, ਜੇ ਕਿ ਉਹ ਅੰਗਰੇਜ਼ੀ ਭਾਸ਼ਾ ਵਾਲੇ ਆਪਣੇ ਵਿੱਚ ਗਿਣਦੇ ਨੇ ਜੀ। ਇਹ ਹਾਲ ਨੇ। ਜੇ ਮੈਂ ਅੱਜ ਦੇ ਆਪਣੇ ਪੰਜਾਬ ਦੇ ਯਥਾਰਥ ਨੂੰ ਦੱਸਣਾ ਹੋਵੇ, ਮੇਰਾ ਅੱਜ ਦਾ ਬੱਚਾ ਆਪਣੀ ਤਸਵੀਰ ਕਿੱਥੇ ਦੇਖੇ ਜਿਹੜਾ IAS PCS ਦੀ ਤਿਆਰੀ ਕਰਨ ਲਈ UPSC ਦੀ ਸ਼ੁਰੂ ਹੁੰਦਾ, ਫਿਰ ਬੈਂਕਿੰਗ ਦੇ, ਫਿਰ ਕਲੈਰੀਕਲ ਦੇ, ਫਿਰ PN ਦੀ ਨੌਕਰੀ ਲਈ ਭੱਜਿਆ ਫਿਰਦਾ, ਉਹਦੀ ਜ਼ਿੰਦਗੀ ਦਾ ਵਡੇਰਾ ਸੱਚ ਉਹਨੂੰ ਕਿੱਥੋਂ ਦਿਸੇ? ਮੇਰੀ ਜਵਾਨੀ ਜਿਹੜੀ ਕੈਨੇਡਾ 'ਚ ਭੱਜਦੀ ਜਾ ਰਹੀ ਹੈ, ਉਹਦਾ ਖੂਬਸੂਰਤ, ਉਹਦਾ ਜਿਹੜਾ ਲਾਰਜਰ ਦੈਨ ਲਾਈਫ ਨੈਰੇਟਿਵ ਹੈ, ਜਿਹੜੀ ਦੁਨੀਆ ਨੂੰ ਅਸੀਂ ਕਹਾਣੀ ਦੱਸਣੀ ਹੈ ਕਿ ਕੋਈ ਇੱਕ ਸਿੰਧੂ ਘਾਟੀ ਦੀ ਸੱਭਿਅਤਾ ਕਿੰਝ ਉਜੜ ਕੇ ਪੱਛਮ ਨੂੰ ਜਾ ਰਹੀ ਹੈ, ਉਹਦੀ ਕਿੱਥੇ ਕੋਈ ਵੱਡੀ ਫਿਲਮ ਕਿਹੜੀ ਆ? ਕਿਸਾਨ ਅੰਦੋਲਨ ਨੇ ਕਿਹੜੀ ਗ੍ਰੈਂਡ ਕਵਿਤਾ ਪ੍ਰੋਡਿਊਸ ਕਰ ਦਿੱਤੀ ਹੈ? ਪਾਰਟੀਸ਼ਨ ਨੇ ਕਿਹੜਾ ਗ੍ਰੇਟ ਨਾਵਲ ਪ੍ਰੋਡਿਊਸ ਕਰ ਦਿੱਤਾ? ਮੇਰੇ ਕੋਲ ਸਿੱਖਿਆ ਦੇ ਉੱਤੇ ਪੰਜਾਬੀਆਂ ਨੇ ਕਿਹੜੀ ਵੱਡੀ ਫਿਲਮ ਲਿਖ ਮਾਰੀ ਹੈ? ਉਹ ਮੈਨੂੰ ਦੱਸੋ। ਦੇਖੋ, 2 ਗੱਲਾਂ ਨੇ। ਮੈਂ ਇੰਨਾ ਨਿਰਾਸ਼ ਵੀ ਨਹੀਂ ਹਾਂ, ਪਰ ਸੱਚੀ ਗੱਲ ਇਹ ਆ ਕਿ 60ਵਿਆਂ ਤੱਕ ਪੰਜਾਬ ਦੀ ਸਥਿਤੀ ਇਹ ਰਹੀ ਆ ਕਿ ਸਾਡੇ ਪੰਜਾਬੀ ਲੇਖਕ ਤੇ ਸਾਡੇ ਪੰਜਾਬੀ ਚਿੰਤਕ ਅਰਥ ਸ਼ਾਸਤਰੀਆਂ ਨੂੰ, ਸਮਾਜ ਸ਼ਾਸਤਰੀਆਂ ਨੂੰ ਲੀਡ ਕਰਦੇ ਹੁੰਦੇ ਸੀ। ਖਾਸ ਤੌਰ ਤੇ ਸੰਤ ਸਿੰਘ ਸੇਖੋਂ, ਪ੍ਰੋਫੈਸਰ ਕਿਸ਼ਨ ਸਿੰਘ, ਡਾਕਟਰ ਰਵੀ ਹੁਣਾਂ ਤੱਕ ਅਸੀਂ ਲੈ ਆਈਏ। ਇੱਕ ਦੌਰ ਇਹ ਸੀ ਕਿ ਜਦੋਂ ਲੇਖਕ ਲੀਡਿੰਗ ਰੋਲ ਦੇ ਵਿੱਚ ਹੁੰਦਾ ਸੀ, ਜਾਂ ਆਪਾਂ ਇਹ ਕਹਿ ਲਈਏ ਜਦੋਂ ਸਮਾਜ ਵਿੱਚ ਜਿਹੜੇ ਡਿਫਰੈਂਟ ਕਿਸਮ ਦੇ ਨੈਰੇਟਿਵ ਉੱਭਰਦੇ ਸੀ, ਉਹਨਾਂ ਨੂੰ ਲੇਖਕ ਪਹਿਲਾਂ ਸਮਝਾਉਂਦਾ ਸੀ ਤੇ ਸਾਡੇ ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ ਉਹਨਾਂ ਦੇ ਪਿੱਛੇ ਪਿੱਛੇ ਚੱਲਦੇ ਹੁੰਦੇ ਸੀ। ਹੁਣ ਸਥਿਤੀ ਬਿਲਕੁਲ ਇਸ ਤੋਂ ਉਲਟ ਹੋ ਚੁੱਕੀ ਹੈ। ਜਿਵੇਂ ਇੱਥੇ ਸੰਕੇਤ ਆਇਆ, ਹੁਣ ਸਾਡਾ ਲੇਖਕ ਪੜ੍ਹਨਾ ਛੱਡ ਗਿਆ।
ਲੇਖਕ ਪੜ੍ਹਨਾ ਛੱਡ ਗਿਆ। ਉਹ ਲਿਖਦਾ ਜ਼ਿਆਦੇ ਆ, ਤੁਸੀਂ ਵੀ ਨਾ ਦੋਸਤੀਆਂ ਅੱਜ ਬੜੀਆਂ ਗਵਾਣੀਆਂ ਨੇ। ਕੋਈ ਪਰ ਮੈਨੂੰ ਤਾਂ ਖੁਸ਼ੀ ਹੈ ਤੁਸੀਂ ਖੁੱਲ ਕੇ ਗੱਲ ਕਰ। ਕੋਈ ਗੱਲ ਨਹੀਂ। ਮੈਂ ਕਹਿਣਾ ਕੀ ਚਾਹੁੰਦਾ, ਪੰਜਾਬੀ ਦਾ ਲੇਖਕ 4 ਵੱਡੇ ਇਸ਼ੂ ਨੇ ਜਿਨ੍ਹਾਂ ਬਾਰੇ ਸਾਡਾ ਲੇਖਕ ਸੁਚੇਤ ਤਾਂ ਹੋਇਆ ਪਰ ਜਿਹਦਾ ਅਜੇ ਉਹਨੇ ਮੰਥਨ ਨਹੀਂ ਕੀਤਾ। ਪਹਿਲਾ ਵੱਡਾ ਇਸ਼ੂ ਮੈਨੂੰ ਇਹ ਲੱਗਦਾ ਕਿ ਜਿਹੜਾ ਦੌਰ ਆ ਸਾਡਾ, ਇਹ ਸਾਡਾ ਦੌਰ ਬਹੁਤ ਤਿੱਖੇ ਤੇ ਤਿਲਕਮੇ ਸੰਵਾਦ ਦਾ ਦੌਰ ਆ ਤੇ ਲੇਖਕ ਉਸ ਜ਼ਮੀਨ ਨੂੰ ਪਕੜ ਨਹੀਂ ਰਿਹਾ ਜੀ। ਪਹਿਲਾ ਵੱਡਾ ਸੰਵਾਦ ਜਿਸ ਇਸ਼ੂ ਤੇ ਚੱਲ ਰਿਹਾ ਸਾਡੀ ਸੁਸਾਇਟੀ ਵਿੱਚ ਜਾਂ ਦੁਨੀਆ ਦੇ ਵਿੱਚ ਚੱਲ ਰਿਹਾ, ਉਹ ਇਹ ਆ ਕਿ ਇਹ ਦੌਰ ਵਿਕਾਸ ਦਾ ਦੌਰ ਆ ਜਾਂ ਇਹ ਸਥਾਨਕ ਆਰਥਿਕਤਾਵਾਂ ਦੇ ਉਜਾੜੇ ਦਾ ਦੌਰ ਆ। ਖਾਸ ਤੌਰ ਤੇ ਸਾਡੇ ਕੋਲ ਵਿਕਾਸ ਦੇ 3 ਮਾਡਲ ਨੇ ਸੰਸਾਰ ਪੱਧਰ ਤੇ, ਜਿਹਦੇ ਬਾਰੇ ਲੇਖਕ ਅਜੇ ਬਹੁਤਾ ਸੁਚੇਤ ਨਹੀਂ ਹੋ ਰਿਹਾ। ਕੀ ਅਸੀਂ ਕਾਰਪੋਰੇਟਿਵ ਵਿਕਾਸ ਨੂੰ ਵਿਕਾਸ ਦਾ ਮਾਡਲ ਬਦਲ ਗਏ ਜਾਂ ਉਹ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਯੂਰਪ ਨੇ ਜਿਹੜਾ ਜਿਹਨੂੰ ਮੈਂ ਜੋ ਸਨਾਤਨੀ ਸ਼ਬਦ ਵਰਤ ਲਵਾਂ, ਸਨਾਤਨੀ ਸਰਮਾਏਦਾਰੀ ਮਾਡਲ, ਉਹਨੂੰ ਅਸੀਂ ਵਿਕਾਸ ਦਾ ਮਾਡਲ ਬਦਲ ਗਏ। ਬਿਲਕੁਲ। ਜਾਂ ਅਸੀਂ ਉਹਨੂੰ ਜਿਹੜਾ ਸਰਕਾਰੀ ਕੰਟਰੋਲ ਵਾਲੀ ਆਰਥਿਕਤਾ ਸੀ, ਜਿਹਨੂੰ ਅਸੀਂ ਸੋਵੀਅਤ ਮਾਡਲ ਕਹਿ ਸਕਦੇ ਹਾਂ, ਸਮਾਜਵਾਦੀ ਤਥਾਕਥਿਤ ਸਮਾਜਵਾਦੀ ਮਾਡਲ ਕਹਿ ਸਕਦੇ ਹਾਂ, ਉਹਨੂੰ ਵਿਕਾਸ ਦਾ ਮਾਡਲ ਬਦਲ ਗਏ। ਹੁਣ ਤੁਸੀਂ ਇਹ ਗੱਲ ਕੀਤੀ ਹੈ, ਮੈਂ ਕਥਾ ਕਲਾਮੀ ਲਈ ਮਾਫੀ, ਤੇ ਮੈਂ ਇੱਕਦਮ ਸੋਚ ਰਿਹਾ ਕਿ ਜੇ ਮੈਂ ਜਸਟ ਅਮਿਤਾਭ ਘੋਸ਼ ਬਾਰੇ ਸੋਚਾਂ ਜੀ, ਤਾਂ ਸੀ ਆਫ ਪੌਪੀਜ਼, ਸ਼ੈਡੋ ਲਾਈਨਸ, ਗਲਾਸ ਪੈਲੇਸ, ਰਿਵਰ ਆਫ ਸ਼ੈਡੋਜ਼, ਰਿਵਰ ਆਫ ਸਮੋਕਸ, ਗਨ ਆਈਲੈਂਡ, ਮਤਲਬ ਇੱਕ ਲਾਈਨ ਅਪ ਹੈ ਪੂਰੀ ਜਿਹੜੀ ਕਲੋਨੀਅਲਿਜ਼ਮ ਦਾ ਇੱਕ ਕੰਪਲੀਟ ਨੈਰੇਟਿਵ ਸਾਡੇ ਅੱਗੇ ਰੱਖਦੀ ਹੈ। ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਅਣਗਿਣਤ ਰਾਈਟਰਸ ਹੈਗੇ ਮੈਨੂੰ ਗੱਲ ਕੰਪਲੀਟ ਕਰ ਲੈਣ। ਮੈਨੂੰ ਪੰਜਾਬੀ ਚੋਂ ਹੁਣ ਮੈਂ ਸੋਚ ਰਿਹਾ ਸੀ ਤੁਸੀਂ ਕਿਹਦਾ ਨਾਮ ਲਓਗੇ। ਮੈਨੂੰ ਗੱਲ ਕੰਪਲੀਟ ਜੀ ਜੀ। ਮੈਂ ਕਹਿਣਾ ਇਹ ਚਾਹੁੰਦਾ ਸੀ ਕਿ ਇਸ ਵਿਕਾਸ ਨੂੰ ਸਮਝਣ ਵਾਸਤੇ ਸਾਡੇ ਕੋਲੇ ਗੁਰਦਿਆਲ ਸਿੰਘ ਦੇ ਆਉਣ ਤੋਂ ਬਾਅਦ ਕੋਈ ਐਸਾ ਨਾਵਲ ਨਹੀਂ। ਜਦੋਂ ਅਸੀਂ ਦੂਜੀਆਂ ਭਾਸ਼ਾਵਾਂ 'ਚ ਦੇਖਦੇ ਹਾਂ ਤਾਂ ਜਦੋਂ ਗਲੋਬਲ ਗਾਉਂ ਕਾ ਦੇਵਤਾ ਲਿਖਦਾ ਆ, ਬਿਲਕੁਲ ਝਾਰਖੰਡ ਦਾ ਲੇਖਕ ਬਿਲਕੁਲ ਰਣਿੰਦਰ, ਜਾਂ ਜਦੋਂ ਬਸਤਰ ਦੇ ਲਾਈਫ ਦੇ ਵਿੱਚ ਬਾਰੇ ਲੋਕ ਬਾਬੂ ਦਾ ਨਾਵਲ ਆਉਂਦਾ ਬਸਤਰ। ਹੁਣ ਪੰਜਾਬ ਦੇ ਵਿੱਚ ਇੱਕ ਸਪੇਸ ਜਿਹੜੀ ਹੁਣ ਤੱਕ ਸਾਡੇ ਸਾਹਿਤ ਦਾ ਵਿਸ਼ਾ ਨਹੀਂ ਬਣੀ, ਜਿਹਨੂੰ ਮੈਂ ਅੱਗੇ ਜਾ ਕੇ ਗੱਲ ਕਰਨੀ ਚਾਹੁੰਦਾ ਸੀਗਾ, ਜਿਹਨੂੰ ਮੈਂ ਕਹਿੰਦਾ ਕਿ ਜਿਹੜੀ ਹਾਸ਼ੀਏ ਦਾ ਸਮਾਜ ਆ। ਸੋ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਆਰਥਿਕ ਮਾਡਲ ਬਾਰੇ ਪੰਜਾਬੀ ਲੇਖਕ ਕੋਲੇ ਕੋਈ ਕਨਸੈਪਟ ਹੀ ਨਹੀਂ, ਪੰਜਾਬੀ ਲੇਖਕ ਇਹਦੇ ਬਾਰੇ ਬਹੁਤਾ ਸੁਚੇਤ ਨਹੀਂ ਹੋ ਰਿਹਾ। ਕੁਝ ਪ੍ਰਵਾਸੀ ਲੇਖਕਾਂ ਨੂੰ ਛੱਡ ਕੇ ਕੁਝ ਸਾਡੇ ਪ੍ਰਵਾਸੀ ਲੇਖਕਾਂ ਨੇ ਇਹਦੇ ਪ੍ਰਤੀ ਉੱਤਰ ਲੱਭਣ ਦੀ ਕੋਸ਼ਿਸ਼ ਕੀਤੀ ਆ। ਕਦੇ ਐਸਾ ਵੀ ਦੌਰ ਸੀ ਕਿ ਜਦੋਂ ਹਰਭਜਨ ਸਿੰਘ ਨੇ ਰੇਤ ਨਾਂ ਦੀ ਕਵਿਤਾ ਲਿਖੀ ਸੀ, ਉਹਨੇ ਇਹ ਕਿਹਾ ਸੀ ਕਿ ਇਹ ਜਿਹੜਾ ਸਰਮਾਏਦਾਰੀ ਵਿਕਾਸ ਦਾ ਮਾਡਲ ਹੈ, ਰੇਤ ਆ ਅੱਖਾਂ 'ਚ ਪਏਗੀ ਉੱਡ ਉੱਡ ਕੇ। ਪਰ ਹੁਣ ਸਾਡਾ ਲੇਖਕ ਸੁਚੇਤ ਨਹੀਂ। ਦੂਜਾ ਵੱਡਾ ਸਵਾਲ ਜਿਹੜਾ ਦੁਨੀਆ ਫੇਸ ਕਰ ਰਹੀ ਆ, ਦੁਨੀਆ ਬਹੁਤ ਸੱਭਿਆਚਾਰੀ ਹੋ ਰਹੀ ਆ ਤੇ ਸਾਡੇ ਆਪਣੇ ਭਾਰਤੀ ਪ੍ਰਸੰਗ 'ਚ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ, ਸੰਵਾਦ ਖੜਾ ਹੋ ਗਿਆ ਕਿ ਭਾਰਤ ਜਿਹੜਾ ਹੈਗਾ ਉਹ ਇੱਕ ਰੰਗਾ ਭਾਰਤ ਹੋਏਗਾ ਜਾਂ ਇਹ ਭਾਰਤ ਵੱਖਰੀਆਂ ਨਸਲਾਂ, ਫਿਰਕਿਆਂ, ਧਰਮਾਂ, ਭਾਸ਼ਾਵਾਂ, ਪਛਾਣਾਂ ਵਾਲਾ, ਇਹ ਡਾਈਵਰਸਿਟੀ ਵਾਲਾ ਭਾਰਤ ਹੋਏਗਾ। ਇਹਦੇ ਬਾਰੇ ਵੀ ਸਾਡਾ ਲੇਖਕ ਉਸ ਤਰ੍ਹਾਂ ਨਹੀਂ ਸੋਚ ਰਿਹਾ। ਅਜੇ ਸਾਡਾ ਲੇਖਕ ਤਾਂ ਸਿੱਖ ਪਛਾਣ ਤੋਂ ਹੀ ਬਾਹਰ ਨਹੀਂ ਆ ਰਿਹਾ। ਉਸ ਟਰਫ ਦੇ ਵਿੱਚ। ਔਰ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਸ ਵੇਲੇ ਬਹੁਤ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਹੋ ਗਿਆ ਕਿ ਅਸੀਂ ਹਿੰਦੂ ਤੋਂ ਵੀ ਰਾਸ਼ਟਰਵਾਦ ਚਾਹੁੰਦੇ ਆ ਜਾਂ ਅਸੀਂ ਸਿਵਲ ਰਾਸ਼ਟਰਵਾਦ ਚਾਹੁੰਦੇ ਆ। ਉਹਦੇ ਤੇ ਆਨੇ ਆ ਇਹਦੇ ਤੇ ਸਾਡੇ ਕੋਲੇ 1-2 ਕਹਾਣੀਆਂ ਨੂੰ ਛੱਡ ਕੇ ਸਾਡੇ ਕੋਲੇ ਬਹੁਤਾ ਲਿਟਰੇਚਰ ਨਹੀਂ। ਤੀਜੀ ਗੱਲ ਜਿਹੜੀ ਮੈਂ ਨਵੀਂ ਜੋੜਨੀ ਚਾਹੁੰਦਾ ਜੀ ਮੈਨੂੰ ਬ੍ਰੇਕਲੀ ਰੁਕਣਾ ਪੈ ਰਿਹਾ। ਤੁਸੀਂ ਪਾਰਕ ਯੋਰ ਥਾਟ ਤੇ ਤੁਸੀਂ ਵੈਸੇ ਜਦੋਂ ਗੱਲ ਸ਼ੁਰੂ ਕੀਤੀ ਸੀ ਤਾਂ ਤੁਸੀਂ ਕਿਹਾ ਸੀ ਵੀ ਮੈਂ ਐਡਾ ਵੀ ਨਿਰਾਸ਼ ਨਹੀਂ ਹੈਗਾ। ਜਿੰਨੀ ਤੁਸੀਂ ਗੱਲ ਕੀਤੀ ਹੈ, ਮੈਂ ਜਿਸ ਮੁਕਾਮ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਉਸ ਤੋਂ ਤੇ ਕਾਫੀ ਤੁਸੀਂ ਮੈਨੂੰ ਅਜੇ ਤੱਕ ਤੇ ਨਿਰਾਸ਼ ਕੀਤਾ। ਜੇ ਤਾਂ ਹਕੀਕਤ ਪਸੰਦ ਰਹਿਣਾ ਤੇ ਫਿਰ ਤੇ ਗੱਲਬਾਤ ਇੰਨੀ ਹੀ ਫਰੈਂਕ ਹੋਣੀ ਚਾਹੀਦੀ ਹੈ, ਇੰਨੀ ਹੀ ਸਾਫ਼ ਗੋਈ ਨਾਲ ਹੋਣੀ ਚਾਹੀਦੀ ਹੈ। ਪਰ ਇਹਦੇ ਕਿਤੇ ਮਨ ਦੇ ਵਿੱਚ ਇੱਛਾ ਬੜੀ ਹੈ ਵੀ ਝੂਠ ਮੂਠ ਦੀ ਸਹੀ ਜਾਂਦੇ ਕੋਈ ਆਸ ਦੀ ਕਿਰਨ ਅਗਲੇ ਸੈਗਮੈਂਟ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ ਵੈਨ ਵੀ ਮੀਟ ਆਫਟਰ ਦਿਸ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਪੰਜਾਬੀ ਦਾ ਸਾਡਾ ਲੇਖਕ, ਨਾਵਲਿਸਟ, ਕਹਾਣੀਕਾਰ, ਅਫਸਾਨਾ ਨਿਗਾਰ, ਕਵੀ, ਪਲੇਰਾਈਟ, ਨਾਟਕਕਾਰ, ਸਾਡੀਆਂ ਜ਼ਿੰਦਗੀਆਂ ਨਾਲ, ਸਾਡੇ ਸਮਾਜਿਕ ਯਥਾਰਥ ਨਾਲ, ਸਾਡੀ ਨਿੱਤ ਦੀ ਜੀਵੀ ਜਾਂਦੀ ਹਕੀਕੀ ਸਾਹ ਲੈਂਦੀ ਜ਼ਿੰਦਗੀ ਦੇ ਨਾਲ ਕਿੰਨਾ ਕੁ ਜੁੜਿਆ ਹੋਇਆ ਹੈ। ਜਦੋਂ ਕੋਈ ਸਾਲਾਂ ਬਾਅਦ, ਦਹਾਕਿਆਂ ਬਾਅਦ ਜਾਂ ਸਦੀਆਂ ਬਾਅਦ ਇਹਨਾਂ ਲੇਖਕਾਂ ਨੂੰ ਪੜ੍ਹੇਗਾ ਤੇ ਉਹ ਸਾਡੀ ਤਸਵੀਰ ਦੇਖ ਪਾਏਗਾ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਪ੍ਰੋਫੈਸਰ ਗੁਰਭਜਨ ਗਿੱਲ ਜੀ ਅਤੇ ਡਾਕਟਰ ਸੁਖਦੇਵ ਸਿੰਘ ਸਿਰਸਾ ਜੀ। ਸੁਖਦੇਵ ਸਿੰਘ ਸਿਰਸਾ ਜੀ, ਤੁਸੀਂ ਗੱਲ ਕੀਤੀ, ਮੈਨੂੰ ਯਾਦ ਹੈ ਬੜੇ ਸਾਲ ਤੇ ਜਦੋਂ ਕੋਈ ਕਿਉਂਕਿ ਮੈਂ ਨੈਸ਼ਨਲ ਨਿਊਜ਼ ਏਜੰਸੀ 'ਚ ਕੰਮ ਕੀਤਾ ਤੇ ਜ਼ਾਹਿਰ ਹੈ ਕਿ ਬਹੁਤ ਸਾਰੇ ਮਿੱਤਰ ਜਿਹੜੇ ਨੇ, ਕੋਈ ਉੜੀਸਾ ਤੋਂ ਸੀ, ਕੋਈ ਤਮਿਲਨਾਡੂ ਤੋਂ ਸੀ, ਕੋਈ ਨਾਰਥ ਈਸਟ ਤੋਂ ਸਨ। ਉਹ ਜਦੋਂ ਵੀ ਪੁੱਛਦੇ ਸਨ ਕੋਈ ਗ੍ਰੇਟ ਪੰਜਾਬੀ ਫਿਲਮ ਦਿਖਾ ਯਾਰ ਕਿਸੇ,
ਤੇ ਅਸੀਂ ਇੱਕ ਕੈਸੇਟ ਰੱਖੀ ਹੋਈ ਸੀ, ਉਦੋਂ VCR ਦਾ ਜ਼ਮਾਨਾ ਸੀ, ਤੇ ਅਸੀਂ ਮੜੀ ਦਾ ਦੀਵਾ ਲਾ ਦਈਦਾ ਸੀ। ਹੋਰ ਸਾਡੇ ਕੋਲ ਕੋਈ ਫਿਲਮ ਹੀ ਨਹੀਂ ਸੀ ਲੱਭਦੀ ਹੁੰਦੀ। ਬਹੁਤ ਦੇਰ ਤੱਕ ਜੇ ਮਾਰਜਨਲਾਈਜ਼ ਦੀ ਗੱਲ ਕਰਨੀ ਹੈ ਤਾਂ ਯਾਨੇ ਘੋੜੇ ਦਾ ਦਾਨ ਚੁੱਕ ਲਓ, ਮਤਲਬ ਚਿੱਟਾ ਲਹੂ ਉਸ ਵੇਲੇ ਮੇਰੇ ਤੋਂ ਸੀਨੀਅਰ ਬੱਚਿਆਂ ਨੂੰ 10ਵੀਂ ਦੇ ਵਿੱਚ ਲੱਗਾ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ, ਤੇ ਹਰ ਕਿਸੇ ਨੇ ਚਿੱਟਾ ਲਹੂ ਪੜ੍ਹਿਆ ਸੀ। ਅਸੀਂ ਉਹਦੇ 'ਚ ਲੱਭਦੇ ਸੀ, ਉਹਦੇ 'ਚ ਵੀ ਮਾਰਜਨਲਾਈਜ਼ਡ ਦਾ ਜਿਹੜਾ ਜ਼ਿਕਰ ਹੈ ਉਹ ਬਹੁਤ ਘੱਟ ਹੈ। ਸੰਸਿਕ ਸੇਖੋਂ ਦੀ ਤੁਸੀਂ ਗੱਲ ਕੀਤੀ, ਲਹੂ ਮਿੱਟੀ ਦੇ ਵਿੱਚ ਵੀ ਮਾਰਜਨਲਾਈਜ਼ਡ ਦਾ ਜ਼ਿਕਰ ਬਹੁਤ ਘੱਟ ਹੈ। ਲਹੂ ਮਿੱਟੀ 49-50 ਦਾ ਨਾਵਲ ਹੈਗਾ। ਉਸ ਤੋਂ ਬਾਅਦ ਕਰ ਕਰਾ ਕੇ ਅੰਤ ਨੂੰ ਤੁਹਾਡੇ ਕੋਲ ਕੋਈ ਕਵੇ ਕਿ ਜਿਸ ਤਰੀਕੇ ਨਾਲ ਗੁਲਾਮਗੀਰੀ ਲਿਖੀ ਜੋਤੀਬਾ ਫੂਲੇ ਨੇ ਤੇ ਇੱਕ ਸਮਾਜਿਕ ਅਸਰ ਪੈਂਦਾ, ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਛੱਡ ਕੇ ਕੁਝ ਨਹੀਂ ਆਉਂਦਾ। ਤੇ ਜੇ ਨਕਸਲਵਾੜੀ ਲਹਿਰ ਦੀ ਗੱਲ ਕਰੀਏ ਜਾਂ ਆਪਾਂ ਪੋਸਟ 60s ਦੀ ਗੱਲ ਕਰੀਏ ਤਾਂ ਫਿਰ ਗੁਰਦਿਆਲ ਸਿੰਘ ਤੋਂ ਬਾਅਦ ਕੋਈ ਹੈ ਹੀ ਨਹੀਂ, ਕੋਈ ਨਜ਼ਰ ਹੀ ਨਹੀਂ ਆਉਂਦਾ ਸਾਨੂੰ। ਹੁਣ ਤੁਸੀਂ ਇਹ ਦੱਸੋ ਕਿ ਜੇ ਇਹਨਾਂ ਧਰਾਤਲਾਂ ਨੂੰ ਕੋਈ ਨਹੀਂ ਸਮਝ ਰਿਹਾ, ਅੱਜ ਕਿਸੇ ਬੱਚੇ ਨੇ ਜਾਣਨਾ ਹੋਵੇ ਸਰ ਛੋਟੂ ਰਾਮ ਦੀ ਕਹਾਣੀ, ਕਿੰਨੀ ਰੋਮਾਂਟਿਕ, ਕਿੰਨੀ ਥ੍ਰਿਲਰ ਕਹਾਣੀ ਹੈ। ਪੈਨਾ ਚੁੱਕੀ ਦਾ ਨਾਲੀ, ਬਾਬਾ ਬੂਜਾ ਸਿੰਘ ਦਾ ਨਾਮ ਲੈ ਲਓ। ਹੁਣ ਤੁਸੀਂ ਇਹ ਦੱਸੋ ਕਿ ਕੋਈ ਆਦਮੀ ਜਾ ਕੇ ਅਰਜਨਟੀਨਾ ਦੇ ਵਿੱਚ ਗਦਰੀ ਪਾਰਟੀ 'ਚ ਜਾਂਦਾ, CPI ਦੇ ਵਿੱਚ ਜਾਂਦਾ, ਮਾਸਕੋ 'ਚ ਪੜ੍ਹਦਾ, ਚਾਈਨਾ ਵਿੱਚ ਪੜ੍ਹਦਾ, ਅੰਤ ਤੇ ਲਾਲ ਕਮਿਊਨਿਸਟ ਪਾਰਟੀ CPI ML ਜਾ ਜਾਂਦਾ, ਨਕਸਲਵਾੜੀਆਂ ਵਿੱਚ ਆ ਜਾਂਦਾ, ਅੰਤ ਤੇ ਝੂਠੇ ਪੁਲਿਸ ਮੁਕਾਬਲੇ 'ਚ ਫਲੋਰ ਕੋਲ ਜਾ ਮਾਰਿਆ ਜਾਂਦਾ। ਇਸ ਤੋਂ ਕੋਈ ਰੋਮਾਂਟਿਕ, ਕੋਈ ਗ੍ਰੈਂਡ ਸਟੋਰੀ ਹੈ? ਵੇਅਰ ਇਜ਼ ਦਾ ਸਟੋਰੀ? ਕਿ ਦੁਨੀਆ ਨੂੰ ਅਸੀਂ ਕਿੱਥੇ ਦੱਸਿਆ ਕਿ ਬਾਬਾ ਬੂਜਾ ਸਿੰਘ ਕੌਣ ਸੀ, ਹਾਕਮ ਸਿੰਘ ਸਮਾਉ ਕੌਣ ਸੀ? ਸਾਡਾ ਪੰਜਾਬੀ ਲੇਖਕ ਇੱਕ ਕਥਾ ਕਹਿ ਕਿਉਂ ਨਹੀਂ ਪਾ ਰਿਹਾ? ਮੈਂ ਇੱਥੇ ਇੱਕ ਨਾਮ ਲੈਣਾ ਚਾਹੂੰਗਾ, ਡਾਕਟਰ ਸਵਰਾਜਵੀਰ ਦਾ। ਮੈਂ ਉਹਦਾ ਨਾਮ ਬਕਾਇਦਾ ਇਸ ਲਈ ਰੱਖਿਆ ਕਿ ਇੱਕ ਸਿੰਗਲ ਆਦਮੀ ਪੰਜਾਬ ਦੇ ਵਿੱਚ ਕਦਮ ਰੱਖਦਾ, ਇੱਕ ਅਖਬਾਰ ਦੇ ਵਿੱਚ ਆ ਕੇ ਬੈਠਦਾ। ਮੈਂ ਉਹਨਾਂ ਦੀ ਨਾਟਕਾਂ ਦੀ ਉਹ ਤਾਂ ਗੱਲ ਹੀ ਛੱਡ ਦਿਓ ਨਾ, ਨਾਟਕਾਂ ਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਪੁਲ ਸਿਰਾਤ ਤੋਂ ਉਤਾਂ ਦੀ ਸਤਰ ਦਾ ਕੋਈ ਨਾਟਕ ਜਿਹੜਾ ਮੈਨੂੰ ਪੰਜਾਬ ਬਾਰੇ, ਮਿਲੀਟੈਂਸੀ ਬਾਰੇ ਜਾਂ ਪਾਰਟੀਸ਼ਨ ਬਾਰੇ ਦੱਸੇ ਕੋਈ ਅਜੇ ਹੈ। ਪਰ ਮੈਂ ਸਿਰਫ ਪੰਜਾਬੀ ਟ੍ਰਿਬਿਊਨ ਦੇ ਨਾਮ ਦੇ ਨਾਲ ਹੀ ਇੱਕ ਪੂਰੀ ਇੰਟੈਲੈਕਚੁਅਲ ਧਰਾਤਲ ਪੰਜਾਬ ਦੀ ਉਹਦਾ ਪੱਧਰ ਚੁੱਕਿਆ ਜਾਂਦਾ ਇੱਕ ਵਿਅਕਤੀ ਦੇ ਆਉਣ ਨਾਲ। ਦੈਟ ਸ਼ੋਜ਼ ਸਵਰਾਜਵੀਰਸ ਪ੍ਰੈਜ਼ੈਂਸ ਸ਼ੋਜ਼ ਕਿ ਕੀਤਾ ਜਾ ਸਕਦਾ ਹੈ ਤੇ ਕੀਤਾ ਨਹੀਂ ਸੀ ਜਾ ਰਿਹਾ। ਮੈਂ ਕੁਝ ਹੋਰ ਨਾਮ ਜੋੜਨਾ ਚਾਹੁੰਦਾ। ਸ਼ੋਰ ਅਮਰਜੀਤ ਚੰਦਨ ਲਹਿਰ 'ਚ ਬੈਠਾ। ਅਮਰਜੀਤ ਚੰਦਨ ਸਾਡੇ ਇਤਿਹਾਸ ਦੀਆਂ ਉਹ ਤਰੀਜਾਂ ਫੋੜ ਰਿਹਾ, ਸਾਡੀਆਂ ਉਹ ਜੜ੍ਹਾਂ ਸਾਨੂੰ ਦਿਖਾ ਰਿਹਾ, ਜਿਹਦੇ ਬਾਰੇ ਸਾਡਾ ਰਾਈਟਰ ਬਹੁਤਾ ਸੁਚੇਤ ਨਹੀਂ ਤੇ ਉਹ ਬਾਹਰ ਬੈਠ ਕੇ ਕੰਮ ਕਰ ਰਿਹਾ ਨਹੀਂ। ਨਾਲ ਦੀ ਨਾਲ ਤੁਸੀਂ ਆ ਜਾਓ ਮਨਮੋਹਨ ਬਾਵਾ ਦੇ ਉੱਤੇ ਤੇ ਬਲਦੇਵ ਦੇ ਨਾਵਲਾਂ ਦੇ ਉੱਤੇ। ਜੀ ਬਿਲਕੁਲ। ਸੋ ਇੱਕ ਤਾਂ ਗੱਲ ਇਹ ਮੰਨਣੀ ਪਏਗੀ ਕਿ ਸਾਡਾ ਨਾਵਲਕਾਰ ਪੰਜਾਬ ਦੇ ਆਪਣੇ ਸੱਚ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ। ਸਾਡਾ ਨਾਟਕਕਾਰ ਪੰਜਾਬ ਦੇ, ਜੇ ਆਪਾਂ ਹਵਾਲਾ ਦੇਣਾ ਹੋਵੇ ਤਾਂ ਸਵਰਾਜਵੀਰ ਦਾ ਹਵਾਲਾ ਦੇ ਸਕਦੇ ਹਾਂ, ਉਹ ਸਾਡੇ ਪੰਜਾਬ ਦੀ ਧਰਤੀ ਦੇ ਸੱਚ ਨੂੰ ਪਕੜਨ ਦੀ ਕੋਸ਼ਿਸ਼ ਕਰ ਰਿਹਾ। ਔਰ ਦੂਸਰੀ ਗੱਲ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ, ਨਾਲ ਦੀ ਨਾਲ ਮੈਂ ਜੋੜਦਿਆਂ ਇੱਥੇ, ਕਿ ਜਿਹੜਾ ਇੱਕ ਡਾਇਲਾਗ ਪੰਜਾਬ ਦੇ ਵਿੱਚ ਪੈਦਾ ਨਹੀਂ ਹੋਇਆ, ਜਿਹੜਾ ਦੂਜੀਆਂ ਭਾਸ਼ਾਵਾਂ 'ਚ ਬਹੁਤ ਤਿੱਖਾ ਰਿਹਾ। ਪੰਜਾਬੀ ਰਾਈਟਰਸ ਨੇ ਅਜੇ ਇਸ ਸੰਵਾਦ ਦਾ ਅੰਗ ਬਣਨਾ ਆ ਕਿ ਹਿੰਦੁਸਤਾਨ ਹਿੰਦੂ ਤੋਂ ਵੀ ਰਾਸ਼ਟਰ ਹੋਵੇ, ਜਾਂ ਹਿੰਦੁਸਤਾਨ ਇੱਕ ਬਹੁਵਾਦਤਾ ਵਾਲਾ, ਜਿਹਨੂੰ ਅਸੀਂ ਗੰਗਾ ਜਮਨੀ ਕਲਚਰ ਕਹਿੰਦੇ ਆ, ਉਹਦੀ ਪੈਰਵੀ ਕਰਨ ਵਾਲਾ ਰਾਸ਼ਟਰ ਹੋਵੇ। ਜਿਵੇਂ ਸਾਡੇ ਦੇਖੋ, ਮੈਂ ਕਿਸ ਦਾ ਇੰਤਜ਼ਾਰ ਕਰ ਰਿਹਾ ਇਸ ਕੰਮ ਲਈ? ਸੜਕਾਂ ਤੇ ਲਹੂ ਡੋਲ ਰਿਹਾ ਹੈ, ਕੁਵਤਾਂ ਆਪਸ ਵਿੱਚ ਭਿੜ ਚੁੱਕੀਆਂ ਹੋਈਆਂ ਨੇ, ਸਾਲਾਂ ਤੋਂ ਜੰਗ ਚੱਲ ਰਹੀ ਹੈ। ਪੰਜਾਬੀ ਰਾਈਟਰ ਕਿਸ ਦਾ ਇੰਤਜ਼ਾਰ ਕਰ ਰਿਹਾ ਇਹਦੇ ਲਈ? ਮੈਨੂੰ ਗੱਲ ਕੰਪਲੀਟ ਕਰਨ ਦਿਓ। ਮੈਂ ਇਹ ਕਹਿ ਰਿਹਾ ਕਿ ਇੱਕ ਪਾਸੇ ਕਾਂਚਾ ਲਈ ਆ, ਉਹ ਕਿਤਾਬ ਲਿਖਦਾ ਪੂਰੀ ਦੀ ਪੂਰੀ। ਜਦੋਂ ਸੱਤਾਧਾਰੀ ਪਾਰਟੀ ਇੱਕ ਨੈਰੇਟਿਵ ਸਿਰਜਦੀ ਆ ਕਾਂਗਰਸ ਮੁਕਤ ਭਾਰਤ, ਤਾਂ ਉਹਦੇ ਉੱਤਰ 'ਚ ਜਵਾਬ ਦੇ ਰਿਹਾ ਹਿੰਦੂਤਵ ਮੁਕਤ ਭਾਰਤ ਤੇ ਕਿਤਾਬ ਛਪਦੀ ਆ। JNU ਦੇ ਸਕਾਲਰਸ ਇੱਕ ਕਿਤਾਬ ਜਿਹੜੀ ਐਡਿਟ ਹੋ ਰਹੀ ਉੱਥੋਂ, ਵਾਟ ਨੇਸ਼ਨ ਰੀਅਲੀ ਨੀਡਸ ਟੂ ਨੋ। ਸੋ ਸਵਾਲ ਇਹ ਆ ਕਿ ਇਸ ਕਿਸਮ ਦੀ ਡਿਬੇਟ ਮੈਂ ਕਹਿਣਾ ਚਾਹੁੰਦਾ ਕਿ ਰਾਸ਼ਟਰ ਕਿਹੋ ਜਿਹਾ ਹੋਵੇ, ਵਿਕਾਸ ਲਈ ਮਾਡਲ ਕਿਹੜਾ ਹੋਵੇ। ਤੀਸਰੀ ਗੱਲ ਕਿ ਜਦੋਂ ਅਸੀਂ ਅਸਮਤਾ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ, ਪਛਾਣਾਂ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ, ਇਹ ਠੀਕ ਆ ਕਿ ਪੰਜਾਬ ਦੇ ਵਿੱਚ ਦਲਿਤ ਨੂੰ ਸਪੇਸ ਮਿਲ ਰਿਹਾ, ਪੰਜਾਬ ਦੇ ਵਿੱਚ ਨਾਰੀ ਨੂੰ ਸਪੇਸ ਮਿਲ ਰਿਹਾ। ਦੂਜੇ ਪਾਸੇ ਮੈਂ ਇਹ ਕਹਿ ਰਿਹਾ ਕਿ ਸਾਡੀ ਜਿਹੜੀ ਨਾਰੀ ਲੇਖਕ ਆ, ਨਾਰੀ ਲੇਖਕ ਵੀ ਕੁਝ ਸਵਾਲ ਖੜੇ ਕਰ ਰਹੀ ਆ। ਖਾਸ ਤੌਰ ਤੇ ਨੀਤੂ ਅਰੋੜਾ ਨੂੰ ਦੇਖ ਲਓ, ਸਾਡੇ ਨਵੀਆਂ ਕਵਿਤਰੀਆਂ ਦੇ ਵਿੱਚੋਂ। ਸਾਡੀ ਨਵੀਂ ਕਵਿਤਰੀ ਇਹ ਅਜੇ ਬਹੁਤ ਨਵੇਂ ਨਾਮ ਨੇ, ਇਹਨਾਂ ਨੇ ਅਜੇ ਬਹੁਤ ਪਰ ਇਹ ਸਵਾਲ ਖੜੇ ਹੋ ਰਹੇ ਨੇ। ਜੀ ਜੀ ਤੁਸੀਂ ਜੀ, ਮੈਂ ਕਿੱਥੇ ਆਪਣੀ ਗੱਲ ਇੱਥੇ ਖਤਮ ਕਰ, ਜੀ ਬਿਲਕੁਲ ਨਾਲ ਦੀ ਨਾਲੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨੇ ਤਿੱਖੇ ਵਿਚਾਰਧਾਰਕ ਸੰਵਾਦ ਦਾ ਇਹ ਦੌਰ ਸੀ, ਪੰਜਾਬੀ ਰਾਈਟਰ ਅਜੇ ਵੱਡੇ ਰਾਸ਼ਟਰੀ ਤੇ ਕੌਮਾਂਤਰੀ ਜਿਹੜੇ ਸਾਡੇ ਸੰਵਾਦ ਦੇ ਬਿੰਦੂ ਨੇ, ਪੰਜਾਬੀ ਰਾਈਟਰ ਅਜੇ ਪੂਰੀ ਤਰ੍ਹਾਂ ਉਹਦੇ ਵਿੱਚ ਸ਼ਾਮਲ ਨਹੀਂ ਹੋ ਰਿਹਾ। ਦੋ ਗੱਲਾਂ ਇਹਨਾਂ ਨੇ ਕੀਤੀਆਂ ਨੇ ਡਾਕਟਰ ਸਾਹਿਬ। ਇੱਕ ਤਾਂ ਹੈਗਾ
ਕਿ ਇਕਨੋਮਿਕਸ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਗਲੋਬਲਾਈਜੇਸ਼ਨ ਦੇ ਉਸ ਦੌਰ ਦੇ ਵਿੱਚ ਤਰੱਕੀ ਦੇ ਵਿਕਾਸ ਦੇ ਮਾਡਲਾਂ ਨਾਲ ਅਜੇ ਰਾਈਟਰ ਸਾਡੇ ਦਸਤ ਪੰਜਾ ਨਹੀਂ ਲਿਆ। ਦੂਸਰਾ ਜਿਹੜਾ ਰਾਸ਼ਟਰਵਾਦ ਦੇ ਸਵਾਲ ਦੇ ਉੱਤੇ, ਜੇ ਮੈਂ ਤਰੱਕੀ ਵਾਲੇ ਤੇ ਪਹਿਲਾਂ ਆ ਜਾਵਾਂ, 50ਵਿਆਂ ਦੇ ਮੱਧ 'ਚ ਜਾ ਕੇ ਨਵਾਂ ਦੌਰ ਆਉਂਦੀ ਹੈ ਨਾ। ਪਿੰਡ ਦੇ ਵਿੱਚ ਠੇਕੇਦਾਰ ਬੱਸ ਲੈ ਆਉਂਦਾ ਤੇ ਬੱਸ ਵਰਸਸ ਤਾਂਗਾ, ਮੈਨੂੰ ਹੁਣ ਫਿਲਮ ਉਨੀ ਕੋਈ ਯਾਦ ਆ ਦਲੀਪ ਕੁਮਾਰ ਤੇ ਵਿਜੰਤੀ ਮਾਲਾ ਦੀ, ਉਹ ਇੱਕ ਮਾਡਰਨਿਟੀ ਦਾ ਕ੍ਰਿਟੀਕ ਹੈ ਜ਼ਬਰਦਸਤ। ਉਸੇ ਸਾਲ ਦੇ ਵਿੱਚ ਹੀ ਜਾਂ ਸ਼ਾਇਦ ਇੱਕ ਅੱਧਾ ਸਾਲ ਪਿੱਛੇ ਮੇਰੇ ਕੋਲ ਉਸੇ ਸਾਲ ਦੇ ਵਿੱਚ ਹੀ ਪਿਆਸਾ ਹੁੰਦੀ ਹੈ। ਹੁਣ ਇੱਕ ਅਨਇੰਪਲੋਇਡ, ਇੱਕ ਬੇਰੁਜ਼ਗਾਰ ਨੌਜਵਾਨ ਨਹਿਰੂਵੀਅਨ ਨੈਸ਼ਨਲਿਜ਼ਮ ਨੂੰ ਕੁਐਸਚਨ ਕਰਦਾ, ਨੇਸ਼ਨ ਦੇ ਨਹਿਰੂਵੀਅਨ ਆਈਡੀਆ ਨੂੰ ਸਵਾਲ ਕਰਦਾ, ਗੁਰੂਦੱਤ ਦੀ ਜਿਹੜੀ ਫਿਲਮ ਹੈ। ਮਤਲਬ ਅਸੀਂ ਜਦੋਂ ਬਾਅਦ ਜਾ ਕੇ ਇਕਨੋਮਿਕਸ ਪੜ੍ਹਦੇ ਹਾਂ, ਪੀਸੀ ਮਾਲਨੋਬਿਸ ਨੂੰ ਪੜ੍ਹਦੇ ਹਾਂ ਕਿ ਪਲੈਨਿੰਗ ਕਮਿਸ਼ਨ ਕਿਸ ਤਰ੍ਹਾਂ ਹੋਇਆ ਸੀ, ਉਹ ਸਾਨੂੰ ਐਂ ਲੱਗਦਾ ਅੱਛਾ ਇਹ ਨਵਾਂ ਦੌਰ ਤੇ ਪਿਆਸਾ ਰਲ ਕੇ ਲੋਕਾਂ ਨੂੰ ਪੀਸੀ ਮਾਲਨੋਬਿਸ ਪੜ੍ਹਾ ਰਹੀਆਂ ਸੀ। ਉਹਨਾਂ ਨੇ ਇਹ ਥੋੜ੍ਹੀ ਦੱਸਿਆ ਸੀ ਵੀ ਅਸੀਂ ਤੁਹਾਨੂੰ ਐਡਾ ਵੱਡਾ ਇਕੋਨੋਮਿਸਟ ਪੜ੍ਹਾ ਰਹੇ ਹਾਂ ਜਿਹਦੇ ਨਾਮ ਤੇ ਉਹਦਾ ਮੇਰੇ ਖਿਆਲ ਜਨਮ ਦਿਨ ਵਾਲੇ ਦਿਨ ਅਸੀਂ ਨੈਸ਼ਨਲ ਸਟੈਟਿਸਟਿਕਸ ਡੇ ਬਣਾਉਂਦੇ ਹਾਂ। ਉਹ ਅੰਕੜਿਆਂ ਦਾ ਐਡਾ ਮਾਹਿਰ ਕਿ ਉਹਦੇ ਨਾਮ ਤੇ ਅਸੀਂ ਰਾਸ਼ਟਰੀ ਅੰਕੜਾ ਦਿਵਸ ਮਨਾਉਂਦੇ ਹਾਂ, ਤੇ ਉਹ ਸਾਨੂੰ ਪੜ੍ਹਾ ਗਿਆ, ਇਹੋ ਜਿਹੀ ਇਕਨੋਮਿਕਸ ਪੜ੍ਹਾ ਗਿਆ ਨਵਾਂ ਫਿਲਮਾਂ ਦੇ ਥਰੂ। ਮਤਲਬ ਮੈਨੂੰ ਕਈ ਵਾਰੀ ਲੱਗਦਾ ਵੀ ਰਾਈਟਰ ਜਿਹੜਾ ਹੁੰਦਾ ਉਹ ਸਮਾਜ ਨੂੰ ਸ਼ੌਰ ਦਿੰਦਾ, ਉਹਦੇ 'ਚ ਕਿ ਬੇਦਾਰੀ ਪੈਦਾ ਕਰਦਾ, ਉਹ ਸਮਾਜ ਨੂੰ ਆਪਣੇ ਸਮਿਆਂ ਦੇ ਹਾਣ ਦਾ ਬਣਨ ਵਿੱਚ ਮਦਦ ਕਰਦਾ, ਭਾਵੇਂ ਉਹ ਸੁਪਰੀਮ ਆਈਸੋਲੇਸ਼ਨ ਦੇ ਵਿੱਚੋਂ ਕਰੇ, ਭਾਵੇਂ ਉਹ ਜਿਹੜੀ ਹਿਊਮਨ ਦੀ ਏਲੀਏਨੇਸ਼ਨ ਹੈ ਉਹਦੇ ਨਾਲ ਦਸਤਪੰਜਾ ਲਵੇ, ਜਿੱਦਾਂ ਕਾਫਕਾ ਲੈਂਦਾ ਟ੍ਰਾਇਲ ਦੇ ਵਿੱਚ। ਸਾਡਾ ਪੰਜਾਬੀ ਦਾ ਰਾਈਟਰ ਇਸ ਮੁਕਾਮ ਦੇ ਉੱਤੇ ਕਿੱਥੇ ਹੈ? ਦੋ ਤਿੰਨ ਗੱਲਾਂ ਪਹਿਲਾਂ ਤੁਸੀਂ ਕੀਤੀਆਂ, ਦੇਸ਼ ਵੰਡ ਨਾਲ ਸੰਬੰਧਿਤ ਗੱਲ ਕੀਤੀ ਸੀ, ਉਦੋਂ ਸੁਖਦੇਵ ਹੋਰਾਂ ਨੇ ਜਵਾਬ ਦੇਣਾ ਸੀ, ਇਸ ਕਰਕੇ ਨਹੀਂ ਮੈਂ ਬੋਲ ਸਕਿਆ ਵਿੱਚ। ਨਹੀਂ ਦੇਸ਼ ਵੰਡ ਬਾਰੇ ਜ਼ਰੂਰੀ ਨਹੀਂ ਕਿ ਵਧੀਆ ਵੱਡਾ ਨਾਵਲ ਹੀ ਹੋਵੇ ਤੇ ਉਹੀ ਗੱਲ ਕਹੇਗਾ, ਕੋਈ ਫਿਲਮ ਹੀ ਹੋਵੇ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਫਿਲਮ ਤੇ ਨਾਵਲ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੁੰਦਾ ਹੈ। ਬਿਲਕੁਲ ਕੁਝ ਹੋਵੇ। ਜਿਵੇਂ ਸਾਡੇ ਕੋਲੇ ਮੇਰੇ ਖਿਆਲ ਜਿੰਨੀਆਂ ਖੂਬਸੂਰਤ ਕਹਾਣੀਆਂ ਪਾਰਟੀਸ਼ਨ ਤੇ ਕੁਲਵੰਤ ਸਿੰਘ ਵਿਰਕ ਦੀਆਂ, ਮਹਿੰਦਰ ਸਿੰਘ ਸਰਨਾ ਦੀਆਂ, ਛਵੀਆਂ ਦੀ ਰੁੱਤ ਦੇ ਲੈਵਲ ਦੀ ਕਹਾਣੀ, ਸ਼ਾਇਦ ਭਾਰਤੀ ਪੰਜਾਬੀ ਕਹਾਣੀ ਕਹਿ ਸਕੀਏ ਉਸ ਨੂੰ, ਤਾਂ ਕੋਈ ਗਲਤ ਨਹੀਂ ਹੈਗਾ, ਕੋਈ ਜ਼ੁਬਾਨ ਕਦੇ ਵੀ ਕਿਸੇ ਖਿੱਤੇ ਵਿਸ਼ੇਸ਼ ਦੀ ਨਹੀਂ ਹੁੰਦੀ। ਉਸ ਤੋਂ ਬਿਨਾਂ ਹੋਰ ਸਾਡੇ ਕੋਲੇ ਇੰਨਾ ਕੁਝ ਹੋਰ ਆਇਆ ਜਿਹਦੇ 'ਚ ਕੁਝ ਨਾਵਲ ਐਸੇ ਨੇ ਜਿਹੜੇ ਅਣਗੌਲੇ ਰਹਿ ਗਏ, ਜਿਨ੍ਹਾਂ ਦੇ ਵਿੱਚ ਦੀਪ ਮੋਹਿਨੀ ਦਾ ਇੱਕ ਨਾਵਲ ਹੈ, ਛੋਟਾ ਜਿਹਾ ਨਾਵਲ ਹੈ, ਸੌਕ ਸਫੇ ਦਾ, ਧੁੰਦ ਵਿੱਚ ਇੱਕ ਸਵੇਰ। ਸਰ ਇੰਡੀਵਿਜੂਅਲ ਤੇ ਆਪਾਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਇੰਡੀਵਿਜੂਅਲ ਜਿਹੜਾ ਹੈਗਾ ਉਹ ਵੀ ਲਾਰਜਰ ਨੈਰੇਟਿਵ ਦਾ ਹਿੱਸਾ ਹੀ ਹੁੰਦਾ ਹੈ। ਉਹ ਜਦੋਂ ਸਾਰ ਜਾਂਦਾ ਨਾ ਗੱਲ, ਕਈ ਵਾਰ ਜਦੋਂ ਜਿਹਨਾਂ ਬੰਦਿਆਂ ਦਾ ਜ਼ਿਕਰ ਕਰਾਂਗੇ ਅਸੀਂ, ਉਹਨਾਂ ਬੰਦਿਆਂ ਰਾਹੀਂ ਗੱਲ ਕਿੱਥੇ ਸਾਡੀ ਅਣਗਹਿਲੀ ਨੇ ਨਹੀਂ ਨੈਸ਼ਨਲ ਪਰਸਪੈਕਟਿਵ ਦੇ ਵਿੱਚ ਪੇਸ਼ ਕੀਤੀ, ਉਹ ਵੀ ਸਾਨੂੰ ਵਿਚਾਰਨਾ ਪਏਗਾ। ਤੁਹਾਨੂੰ ਮੈਂ ਨਿੱਕੀ ਜਿਹੀ ਮਿਸਾਲ ਦਿੰਦਾ, ਜਿੰਨੀ ਸਾਡੀ ਪਾਰਟੀਸ਼ਨ ਨਾਲ ਸੰਬੰਧਿਤ ਬੰਗਾਲੀ, ਹਿੰਦੀ, ਅੰਗਰੇਜ਼ੀ ਜਿਹੜੀਆਂ ਕਿਤਾਬਾਂ ਜ਼ਿਕਰ ਕੀਤਾ, ਉਹਨਾਂ ਦੇ ਵਿੱਚ ਇੱਕ ਪੀੜ ਕਿਤੇ ਡਿਪਿਕਟ ਨਹੀਂ ਹੋਈ ਜਿਹੜੀ ਦੀਪ ਮੋਹਿਨੀ ਨੇ ਡਿਪਿਕਟ ਕੀਤੀ ਹੈ। ਉਹ ਪੀੜ ਜਿੱਦਣ ਦੀ ਮੈਂ ਸੁਣੀ, ਮੈਂ ਨਾਰਮਲ ਨਹੀਂ ਰਹਿ ਸਕਿਆ। ਉਹ ਪੀੜ ਇਹ ਆ ਕਿ ਜਦੋਂ ਪਾਰਟੀਸ਼ਨ ਤੋਂ ਬਾਅਦ ਵਿੱਚ ਲਾਇਜ਼ਮ ਵਾਲਿਆਂ ਨੇ ਇੱਧਰੋਂ ਮੁਸਲਮਾਨ ਧੀਆਂ ਤੇ ਉਧਰੋਂ ਸਿੱਖ ਤੇ ਹਿੰਦੂ ਧੀਆਂ ਲੱਭ ਲਵਾ ਕੇ ਛਮਾਈ ਬਾਅਦ ਜਾਂ 7 ਮਹੀਨਿਆਂ ਬਾਅਦ ਲਿਆਂਦੀਆਂ, ਤੇ ਸਰਹੱਦ ਤੇ ਅਨਾਉਂਸਮੈਂਟ ਹੁੰਦੀ ਸੀ ਕਿ ਕੋਈ ਪ੍ਰੀਤੋ, ਕਿਸੇ ਪ੍ਰੀਤਮ ਸਿੰਘ ਦੀ ਧੀ ਆ ਗਈ ਹੈ ਬਾਰਡਰ ਤੇ, ਉਹਨੂੰ ਪਛਾਣ ਕੇ ਲੈ ਜਾਓ। ਔਰ ਉਹੀ ਪ੍ਰੀਤਮ ਸਿੰਘ ਜੀ ਦੀ ਧੀ ਤੇ ਉਹਦੀ ਬੀਵੀ, ਮੇਰੀ ਗੱਲ ਸੁਣ ਲਓ, ਤੁਹਾਡਾ ਪੁਆਇੰਟ ਆ ਗਿਆ, ਮੇਰੀ ਗੱਲ ਸੁਣ ਲਓ। ਜੀ ਸਮਾਂ ਆਪਣੇ ਕੋਲ ਬੜਾ ਲਿਮਟਿਡ ਹੈ ਜੀ, ਨਹੀਂ ਸਮਾਂ ਆਪਾਂ ਐਕਸਟੈਂਡ ਕਰ ਲਾਂਗੇ। ਕਾਸਟ ਦੀ ਗੱਲ ਕੀਤੀ ਸੀ, ਮੈਂ ਉਸ ਤੇ ਜ਼ਰੂਰ ਆਣਾ ਚਾਹੁੰਦਾ। ਮੇਰੀ ਸੁਣ ਲਓ, ਬੇਨਤੀ ਸੁਣ ਲਓ ਨਾ, ਬਹੁਤੀਆਂ ਗੂੜ ਗਿਆਨੀਆਂ ਗੱਲਾਂ ਮੈਨੂੰ ਨਹੀਂ ਆਉਂਦੀਆਂ, ਮੈਂ ਤਾਂ ਜਿਸ ਕੀ ਗੱਲ ਸੁਣਾਉਣਾ ਕਿ ਉਸ ਮਾਂ ਤੇ ਪਿਓ ਨੇ ਇਨਕਾਰ ਕਰ ਦਿੱਤਾ ਉਸ ਧੀ ਨੂੰ ਪਛਾਣਨ ਤੋਂ। ਕਿਉਂ ਕੀਤਾ? ਕਿਉਂਕਿ ਉਹ ਪ੍ਰੈਗਨੈਂਟ ਹੋ ਚੁੱਕੀ ਸੀ। ਇਸੇ ਤਰ੍ਹਾਂ ਇੱਧਰ ਦੀ ਇਨਾਇਤਾਂ ਨੂੰ ਵੀ ਉਹਦੇ ਮਾਪਿਆਂ ਨੇ, ਪਾਕਿਸਤਾਨ ਗਿਆ ਨੇ ਮੁਸਲਮਾਨਾਂ ਨੇ ਇਨਕਾਰ ਕਰਤਾ ਆਪਣੀ ਧੀ ਨੂੰ ਲੈਣ ਤੋਂ, ਉਹ ਡਾਟਾ ਮਾਰਦੀ ਰੋਂਦੀ ਰਹੀ। ਉਸ ਪੀੜ ਦਾ ਜ਼ਿਕਰ ਕਿਤੇ ਵੀ ਨਹੀਂ ਹੈਗਾ, ਪੰਜਾਬੀ 'ਚ ਉਸ ਦਾ ਜ਼ਿਕਰ ਹੋਇਆ। ਇਸ ਤੋਂ ਅੱਗੇ ਤੁਰਦੇ ਹਾਂ। ਐਂਡ ਯੈਟ ਮੈਂ ਜੇ ਇਹ ਗੱਲ ਮਤਲਬ ਮੈਨੂੰ ਯਾਰ ਮੈਂ ਇਹ ਨਹੀਂ ਕਹਿ ਸਕਦਾ ਕਿ ਕੰਟਰਾਡਿਕਸ਼ਨ ਦੇ ਡਰ ਤੋਂ ਬਿਨਾਂ, ਕਿਉਂਕਿ ਤੁਸੀਂ ਝੱਟ ਕੰਟਰਾਡਿਕਟ ਕਰੋਗੇ ਕਿ ਮੈਂ ਤਮਸ ਦੇ ਬਰਾਬਰ ਭਾਲਦਾ ਫਿਰਦਾ, ਟਾਰਚ ਮਾਰ ਕੇ ਦੱਸੋ। ਨਹੀਂ, ਤਮਸ ਦੇ ਅੱਖਰ ਹਿੰਦੀ ਨੇ, ਨਾਵਲ ਉਹ ਪੰਜਾਬੀ ਪੁੱਤਰ ਦਾ ਲਿਖਿਆ ਹੋਇਆ ਪੰਜਾਬੀ ਨਾਵਲ ਹੀ ਹੈ। ਮੈਂ ਕਹਿ ਇਹ ਮੈਂ ਮੰਨ ਲੈਣਾ, ਇਹ ਨਾ ਤੁਸੀਂ ਆਖੋ ਕਿ ਜੇ ਭੀਸ਼ਮ ਸਾਨੀ, ਮੈਂ ਕਹਿੰਦਾ ਏਡੇ ਪੁੱਤਰ ਮਾਵਾਂ ਨੇ ਬਹੁਤ ਪੈਦਾ ਕੀਤੇ ਨੇ, ਪੰਜਾਬੀ ਮਾਵਾਂ ਨੇ ਪੁੱਤਰ ਪੈਦਾ ਕੀਤੇ ਨੇ। ਭੀਸ਼ਮ ਸਾਨੀ ਹੋਰਾਂ ਦਾ ਉਹ ਨਾਵਲ ਜਿਹੜਾ ਜ਼ਿਕਰ ਤੁਸੀਂ ਕਰ ਰਹੇ ਹੋ, ਉਹ ਪੰਜਾਬੀ ਨਾਵਲ ਹੀ ਹੈ ਔਰ ਪੰਜਾਬੀ ਪੁੱਤਰ ਦਾ ਲਿਖਿਆ ਹੋਇਆ, ਜ਼ਬਾਨ ਉਹਦੀ ਹਿੰਦੀ ਹੈ। ਕੱਲ ਨੂੰ ਉਪਿੰਦਰ ਨਾਥ ਅਸ਼ਕ ਨੂੰ ਤੁਸੀਂ ਗੈਰ ਹਾਜ਼ਰ ਕਰ ਦਿਓਗੇ?
ਕ੍ਰਿਸ਼ਨਾ ਸੋਪਤੀ ਦੀ ਗੱਲ ਵੀ ਕਰ ਕ੍ਰਿਸ਼ਨਾ ਸਕਦੇ ਹਾਂ। ਸੋਪਤੀ ਨੂੰ ਗੈਰ ਹਾਜ਼ਰ ਕਰ ਦਿਓ, ਰਜਿੰਦਰ ਸਿੰਘ ਬੇਦੀ ਨੂੰ ਗੈਰ ਹਾਜ਼ਰ ਕਰ ਦਿਓ ਕਿ ਰੋਟੀਆਂ ਖਾਤਰ ਜੇ ਉਹਨੂੰ ਬੰਬੇ ਜਾਣਾ ਪੈ ਗਿਆ ਤਾਂ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਪੰਜਾਬੀ ਲਿਆਕਤ ਨੇ ਆਪਣੇ ਨੂੰ ਟ੍ਰਾਂਸਲੇਟ ਜਿਹੜਾ ਕੀਤਾ ਉਹ ਪੀੜਾਂ ਦੇ ਅਨੁਵਾਦ 'ਚ ਕਸਰ ਨਹੀਂ ਛੱਡੀ। ਹਾਂ, ਗੁਰਮੁਖੀ ਅੱਖਰਾਂ 'ਚ ਲਿਖਣ ਵਾਲਿਆਂ ਨੇ ਕਸਰ ਛੱਡੀ ਹੋਏਗੀ। ਉਹਦਾ ਕਾਰਨ ਸੁਖਦੇਵ ਨੇ ਕਾਫੀ ਹੱਦ ਤੱਕ ਦੱਸ ਦਿੱਤਾ। ਉਹ ਇਹ ਆ ਕਿ ਸਾਡਾ ਕਿਸੇ ਵਕਤ ਅਰਥ ਸ਼ਾਸਤਰ ਪੜ੍ਹਾਉਣ ਵਾਲਾ ਸੰਤ ਸਿੰਘ ਸੇਖੋਂ ਪੰਜਾਬੀ ਦਾ ਲੇਖਕ ਵੀ ਸੀ। ਗੱਲ ਪੁੱਛਣੀ ਚਾਹਨਾ, ਮਾਫ ਕਰਨਾ ਜੀ, ਪੰਜਾਬੀ ਦਾ ਜਦ ਤੋਂ ਪ੍ਰੋਫੈਸਰ ਜਿਹੜਾ ਹੈਗਾ ਆਪ ਲੇਖਕ ਬਣਿਆ ਹੈ, ਉਦੋਂ ਤੋਂ ਬੇੜਾ ਜ਼ਿਆਦਾ ਬੈਠਾ ਹੈ। ਮੈਂ ਆਪ ਕਿਉਂ ਪੰਜਾਬੀ ਦਾ ਟੀਚਰ ਹਾਂ, ਮੈਂ ਪੰਜਾਬੀ ਇੱਕ ਗੱਲ ਦੱਸੋ, ਇਹ ਬੱਚੇ ਪੜ੍ਹਨਾ ਬੰਦ ਕਰਤਾ। ਬੱਚੇ ਕਿਸੇ ਨੇ 4 ਪੇਜ ਪੜ੍ਹੇ ਕਿਤਾਬ ਦੇ, ਕਿਤਾਬਾਂ ਪ੍ਰਭਾਵਿਤ ਤੇ ਕਰਦੀਆਂ ਨੇ, ਉਹਨੇ ਸਾਬਤ ਤੇ ਕਰਤਾ। ਉਹਨੇ 4 ਪੇਜ ਪੜ੍ਹੇ, ਘਰੋਂ ਚਾਕੂ ਲਿਆਂਦਾ ਤੇ ਲੇਖਕ ਦਾ ਜਵਾਬ ਦਿੱਤਾ ਜੋ ਉਹਦੇ ਕੋਲ ਹਥਿਆਰ ਸੀ, ਹੈਨਾ, ਉਹਨੇ ਜਵਾਬ ਦਿੱਤਾ। ਤੇ ਸਲਮਾਨ ਰਸ਼ਦੀ ਦਾ ਪਤਾ ਨਹੀਂ ਹੁਣ ਕੀ ਬਣੇਗਾ, ਅੱਖ ਬਚੇਗੀ ਨਹੀਂ ਬਚੇਗੀ, ਲਿਵਰ ਬਚੇਗਾ ਨਹੀਂ ਬਚੇਗਾ। ਹੁਣ ਮੇਰਾ ਪੰਜਾਬ ਦਾ ਕੋਈ ਬੱਚਾ ਜਾਨਣਾ ਚਾਹ ਰਿਹਾ, ਕਿਉਂਕਿ ਮੈਂ ਤੇ ਪੱਤਰਕਾਰ ਜਾਂ ਮੈਂ ਤੇ ਅਦਨਾ ਤਲਬ ਇਲਮ ਐਸਾ, ਤੇ ਮੇਰਾ ਬੱਚਾ ਜਾਨਣਾ ਚਾਹ ਰਿਹਾ ਵੀ ਕੀ ਹੋਇਆ ਜੀ, ਤੇ ਮੈਂ ਉਹਨੂੰ ਕੀ ਦਿਆਂ ਪੰਜਾਬੀ ਦੇ ਵਿੱਚ ਕਿ ਉਹ ਪੜ੍ਹੇ ਤੇ ਇਹ ਸਮਝ ਪਾਏ ਕਿ ਇਹ ਸਾਰਾ ਕੀ ਮਾਜਰਾ ਹੈ ਜੀ। ਇਹਦੇ ਲਈ ਉਹਨੂੰ ਬਹੁਤ ਸਾਰੀ ਪੋਲਿਟਿਕਸ ਸਮਝਣੀ ਪਏਗੀ। ਇਹਦੇ ਲਈ ਮੈਂ ਉਹਨੂੰ ਫਲਸਤੀਨੀਆਂ ਦੇ ਬੱਚਿਆਂ ਨਾਲ ਕੀ ਹੋ ਰਿਹਾ, ਉਹਨਾਂ ਦੀ ਕਿਹੜੀ ਕਹਾਣੀ ਸੁਣਾਵਾਂ, ਪੰਜਾਬੀ ਦੇ ਵਿੱਚੋਂ ਕੀ ਕੱਢ ਕੇ ਦਿਆਂ। ਅਸੀਂ ਖੁਦ ਮਾਈਗ੍ਰੈਂਟ ਲੋਕ ਆ, ਪੰਜਾਬ ਤੇ ਰਿਫਿਊਜੀਆਂ ਨਾਲ ਭਰਿਆ। ਅੱਜ ਦੀ ਤਰੀਕ ਦੇ ਵਿੱਚ ਸੀਰੀਆ ਤੋਂ, ਵੈਨਜ਼ੂਏਲਾ ਤੋਂ, ਮਾਇਨਮਾਰ ਤੋਂ, ਸਾਊਥ ਸੁਡਾਨ ਤੋਂ ਮਾਈਗ੍ਰੈਂਟ ਯੂਰਪ ਦੀਆਂ, ਅਮਰੀਕਾ ਦੀਆਂ ਕੰਧਾਂ 'ਚ ਸਿਰ ਮਾਰਦੇ ਨੇ, ਬੇੜੀਆਂ ਦੇ ਵਿੱਚ ਠੱਲੇ ਹੋਏ ਨੇ ਸਮੁੰਦਰਾਂ ਦੇ ਵਿੱਚ, ਕਿਤੋਂ ਕੋਈ ਸਹਾਰਾ, ਕਿਤੋਂ ਨਾਗਰਿਕਤਾ, ਕਿਤੋਂ ਕੀ ਭਾਲਦੇ ਫਿਰਦੇ ਨੇ। ਉਹਨਾਂ ਦੀਆਂ ਕਿਹੜੀਆਂ ਕਹਾਣੀਆਂ ਮੈਂ ਪੰਜਾਬੀ ਵਿੱਚ ਬੱਚਿਆਂ ਨੂੰ ਦਿਆਂ ਕਿ ਉਹ ਹੋਰ ਭਾਸ਼ਾਵਾਂ ਸਿੱਖਣ ਤੇ ਉਹਨਾਂ ਵਿੱਚ ਪੜ੍ਹ ਲੈਣ। ਮੈਂ ਯੁਗੰਡਾ ਦੀਆਂ, ਉਹਨਾਂ ਮੁਲਕਾਂ ਦੀਆਂ ਕਹਾਣੀਆਂ, ਮੈਂ ਉਹਨਾਂ ਕਹਾਣੀਆਂ ਤੋਂ ਕੀ ਲੈਣਾ। ਮੈਂ ਤੇ 75 ਸਾਲਾਂ 'ਚ ਅਜੇ ਤੱਕ ਆਪ ਕੰਧਾਂ 'ਚ ਟੱਕਰਾਂ ਮਾਰਦਾ ਫਿਰਦਾ। ਮੇਰੇ ਪੰਜਾਬੀ 75 ਸਾਲਾਂ 'ਚ ਮੇਰੇ ਪੰਜਾਬੀ ਪੜ੍ਹਦੇ ਬੱਚੇ ਨੂੰ ਦੱਸ ਦਿਓ ਕਿ ਹੋਰ ਭਾਸ਼ਾਵਾਂ ਸਿੱਖੇ ਤੇ ਜਾਣੇ। ਪੰਜਾਬੀ ਬੱਚਿਆਂ ਲਈ ਇੱਕ ਚੀਜ਼ ਕਹਿਣੀ ਚਾਹੁੰਦਾ ਜੀ, ਪੰਜਾਬੀ 'ਚ ਇਹਨਾਂ ਨੇ ਜ਼ਿਕਰ ਕੀਤਾ, ਪੰਜਾਬੀ 'ਚ ਕਹਾਣੀ ਵੰਡਣਾ ਸਬੰਧ ਬਹੁਤ ਵਧੀਆ ਕਹਾਣੀਆਂ। ਪਰ ਸੁਣੋ, ਅਜਮੇਰ ਸਿੱਧੂ ਕਹਾਣੀ ਲਿਖਦਾ, ਇਕਬਾਲ ਹੁਸੈਨ ਬੋਇਆ ਦੀ, ਲੋਕੇਲ ਉਹਦਾ ਵੰਡ ਬਣਦੀ ਆ, ਪਰ ਕਹਾਣੀ ਪੰਜਾਬ ਅੱਜ ਹਿੰਦੁਸਤਾਨ ਜਿਹੜੇ ਸਵਾਲ ਨਾਲ ਜੂਝ ਰਿਹਾ ਆ ਕਿ ਬੰਦੇ ਦੀ ਪਛਾਣ ਕੀ ਆ, ਇਹ ਉਹਦੀ ਪਛਾਣ ਧਰਮ ਜਾਂ ਨਸਲ ਆ, ਜਾਂ ਉਹਦੀ ਪਛਾਣ ਹਿੰਦੁਸਤਾਨ ਦੀ ਧਰਤੀ ਦਾ ਜੀ ਆ। ਇਸੇ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਬਾਬਾ ਬੂਚਾ ਸਿੰਘ ਬਾਰੇ ਵੀ ਉਹਨਾਂ ਦੀ ਕਿਤਾਬ ਅਜਮੇਰ। ਦੂਸਰੀ ਗੱਲ ਮੈਂ ਕਹਿ ਰਿਹਾ ਸੀਗਾ, ਨਹੀਂ, ਸ਼ਿਵ ਕੁਮਾਰ ਦੀ ਨਜ਼ਮ ਬੜੀ ਪਿਆਰੀ। ਹਾਂ, ਸ਼ਿਵ ਕੁਮਾਰ ਦੀ ਨਜ਼ਮ ਬੜੀ ਪਿਆਰੀ। ਫਾਂਸੀ ਕੀ ਹੈ ਉਹਦਾ? ਰੁੱਖ ਨੂੰ ਫਾਂਸੀ। ਦੇਖੋ, ਕਲਚਰਲ ਜਿਹੜੀ ਟਰਾਂਸਫਰਮੇਸ਼ਨ ਹੋ ਰਹੀ ਹੈ ਪੰਜਾਬ ਦੀ, ਜੇ ਪੰਜਾਬ ਦੀ ਕਲਚਰਲ ਟਰਾਂਸਫਰਮੇਸ਼ਨ ਨੂੰ ਕਿਸੇ ਨਾਵਲਕਾਰ ਨੇ ਪੜ੍ਹਿਆ ਤਾਂ ਉਹ ਅਵਤਾਰ ਬਿਲੰਗਾ। ਉਹਦਾ ਕਾਰਨ ਕੀ ਆ ਕਿ ਅਸੀਂ ਅਵਤਾਰ ਬਿਲੰਗ ਸਾਡਾ ਬਹੁਤ ਹੀ ਸੰਜੀਦਾ ਨਾਵਲਕਾਰ ਆ, ਪਰ ਅਸੀਂ ਕਿਉਂਕਿ ਉਹ ਪਾਪੂਲਰ ਨਾਵਲਕਾਰ ਨਹੀਂ ਉਹਨਾਂ ਅਰਥਾਂ 'ਚ, ਪਰ ਜਦੋਂ ਉਹ ਖਾਲੀ ਖੂਹਾਂ ਦੀ ਕਥਾ ਲਿਖਦਾ, ਜਾਂ ਜਦੋਂ ਉਹ ਇਹਨਾਂ ਰਾਹਾਂ ਉੱਤੇ ਲਿਖਦਾ, ਜਾਂ ਜਿਹੜਾ ਉਹ ਰਿਜ਼ਕ ਨਾਵਲ ਲਿਖਦਾ, ਰਿਜ਼ਕ ਨਾਵਲ ਵਿੱਚ ਉਹ ਇਸ ਤੋਂ ਵੀ ਅੱਗੇ ਜਾਂਦਾ ਕਿ ਪੰਜਾਬ ਜਿਹੜਾ ਸਵਾਲ, ਜਿਹੜਾ ਸਾਰੇ ਲੇਖਕਾਂ ਤੇ ਕਿਤਾਬਾਂ ਦੇ ਨਾਮ ਸੁੱਟ ਰਹੇ ਆ ਜੀ। ਮੇਰੀ ਪ੍ਰੋਬਲਮ ਹੈ, ਮੈਂ ਬ੍ਰੇਕ ਲਈ ਰੁਕ ਰਿਹਾ, ਪਰ ਮੇਰਾ ਦਰਸ਼ਕ ਇਹ ਸੋਚ ਰਿਹਾ ਹੈ, ਮੈਨੂੰ ਜਾਪਦਾ ਹੈ ਕਿ ਮੈਂ ਓਰੀਜਨਲੀ ਸਮਝਣਾ ਚਾਹਨਾ ਕਿ ਉਹ ਲੇਖਕ ਦਾ ਉਹ ਮੁਹਾਜ਼ ਕਿੱਥੇ ਖੁੱਲਿਆ ਹੋਇਆ ਜਿੱਥੇ ਉਹਨੇ ਜਾਂ ਲੀਡ ਕਰਨਾ ਹੈ ਜਾਂ ਮੇਰੇ ਅੱਜ ਦੇ ਯਥਾਰਥ ਨੂੰ ਚਿਤਰਿਤ ਕਰਨਾ ਹੈ, ਤੇ ਉਹ ਉਹਦੇ ਨਾਲ ਕਿਉਂ ਨਹੀਂ ਜੁੜ ਰਿਹਾ। ਜਿਹੜਾ ਤੁਹਾਡੇ ਪਹਿਲੇ ਸਵਾਲ ਦੇ ਜਵਾਬ ਦਾ ਹਿੱਸਾ ਸੀ, ਮੈਂ ਵਾਪਸ ਇੱਕ ਵਾਰੀ ਫਿਰ ਉੱਥੇ ਜਾਣਾ, ਮੈਂ ਬ੍ਰੇਕ ਤੋਂ ਬਾਅਦ ਵਾਪਸ ਆਣਾ, ਮੈਂ ਇੱਕ ਵਾਰੀ ਫਿਰ ਉੱਥੇ ਜਾ ਰਿਹਾ ਕਿ ਸਾਡੀਆਂ ਜ਼ਿੰਦਗੀਆਂ, ਲੇਖਕਾਂ ਦਾ ਜਿਹੜਾ ਕੰਮ ਹੈ, ਕੰਮ ਕੀ ਹੈ? ਕਮਾਈ ਹੈ, ਜੀਵਨ ਭਰ ਦੀ ਲਗਨ ਹੈ, ਮਸਤੀ ਹੈ। ਉਸ ਅਵਾਰਗੀ ਦੇ ਨਾਲ ਉਹ ਸਾਡੀ ਇਹ ਸਦੀ ਦੀ ਕਥਾ ਕਿਵੇਂ ਕਹਿ ਰਿਹਾ। ਵੀਲ ਟਾਕ ਅਬਾਊਟ ਦਿਸ ਆਫਟਰ ਬ੍ਰੇਕ ਤੋਂ ਬਾਅਦ। ਫਿਰ ਸਵਾਗਤ ਹੈ। ਅਸੀਂ ਚਰਚਾ ਕਰ ਰਹੇ ਹਾਂ ਲੇਖਕਾਂ ਬਾਰੇ ਤੇ ਤੁਹਾਡੇ ਸਾਡੀਆਂ ਜ਼ਿੰਦਗੀਆਂ ਬਾਰੇ। ਇਹ ਆਪਸ ਵਿੱਚ ਕਿੱਥੇ ਜੁੜਦੀਆਂ ਨੇ ਤੇ ਸਾਡੇ ਭਵਿੱਖ ਦੇ ਵਿੱਚ ਅਜੇ ਜਿਹੜੇ ਸਾਡੇ ਬੱਚੇ ਨੇ, ਇਹਨਾਂ ਦੇ ਜੰਮਣ ਵਾਲੇ ਬੱਚਿਆਂ ਨੂੰ ਇਹ ਸਾਡੀ, ਜਦੋਂ ਅਸੀਂ ਨਹੀਂ ਹੋਵਾਂਗੇ ਦੁਨੀਆ 'ਚ, ਇਹ ਸਾਡੀ ਕਿਹੋ ਜਿਹੀ ਤਸਵੀਰ ਦਿਖਾਣਗੀਆਂ। ਇਹਨਾਂ ਦੀਆਂ ਕਿਤਾਬਾਂ, ਇਹਨਾਂ ਦੀਆਂ ਕਵਿਤਾਵਾਂ, ਅਫਸਾਨੇ, ਨਾਟਕ, ਇਹਨਾਂ ਦੀਆਂ ਫਿਲਮਾਂ ਕੀ ਸਾਡੇ ਸਮਿਆਂ ਦਾ ਸੱਚ ਉਹਨਾਂ ਨੂੰ ਠੀਕ ਤਰ੍ਹਾਂ ਦਿਖਾ ਪਾਣਗੇ। ਸਾਡੇ ਨਾਲ ਡਾਕਟਰ ਸੁਖਦੇਵ ਸਿੰਘ ਸਿਰਸਾ ਜੀ ਨੇ ਤੇ ਪ੍ਰੋਫੈਸਰ ਗੁਰਭਜਨ ਗਿੱਲ ਜੀ ਨੇ। ਪ੍ਰੋਫੈਸਰ ਗੁਰਭਜਨ ਗਿੱਲ ਜੀ, ਤੁਹਾਡਾ ਉਮਰ ਭਰ ਵਾਸਤਾ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਰਿਹਾ, ਗ੍ਰੀਨ ਰੈਵੋਲੂਸ਼ਨ ਦੇ ਨਾਲ ਇਹਦਾ ਨਾਮ ਵਾਬਸਤਾ ਰਿਹਾ। ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕਦੀ ਲੋਕਾਂ ਨੇ ਲੱਭਣ ਦੀ ਵੀ ਕੋਸ਼ਿਸ਼ ਕੀਤੀ ਹੈ ਵੀ ਇਹ ਗ੍ਰੀਨ ਰੈਵੋਲੂਸ਼ਨ ਕਮ ਵਕਤ ਟਰਮ ਕਿਸ ਨੇ ਬਣਾਈ ਸੀ। ਵਿਲੀਅਮ ਗੌਡ ਦਾ ਨਾਂ ਤੇ ਮੈਂ ਘੱਟ ਹੀ ਸੁਣਦਾ, ਨਾਰਮਨ ਬੋਰਲੌਗ ਤੱਕ ਆ ਕੇ ਯੂਨੀਵਰਸਿਟੀ ਰੁਕ ਜਾਂਦੀ ਹੈ। ਹੁਣ ਜਿਹੜਾ ਸਾਡਾ ਸਾਲ ਲੰਬਾ ਕਿਸਾਨ ਅੰਦੋਲਨ ਚੱਲਿਆ, ਇਹਨੇ ਲੋਕਾਂ ਨੂੰ ਬਹੁਤ ਸ਼ੌਰ ਇਹ ਦਿੱਤਾ ਕਿ ਗ੍ਰੀਨ ਰੈਵੋਲੂਸ਼ਨ ਨੇ ਸਾਡੇ ਨਾਲ ਕੀਤਾ ਕੀ ਹੈ। ਅਜੇ ਕਿ 90ਵਿਆਂ ਦੇ ਵਿੱਚ ਹੀ ਵੰਦਨਾ ਸ਼ਿਵਾ ਵਗੈਰਾ ਦੀ ਕਿਤਾਬਾਂ ਆ ਗਈਆਂ ਸੀਗੀਆਂ, ਗ੍ਰੀਨ ਰੈਵੋਲੂਸ਼ਨ ਦੀ ਵਾਇਲੈਂਸ ਬਾਰੇ ਕਿਤਾਬਾਂ ਆ ਗਈਆਂ ਸੀਗੀਆਂ। ਮੈਂ ਹੁਣ ਵੀ ਦੇਖਿਆ ਕਿ ਗੁਰੂ ਮੇਰੇ ਦੀ 550ਵੀਂ ਗੁਰਪੁਰਬ ਸੀ
ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕਿਤਾਬ ਕੱਢੀ ਕਿ ਕਾਫੀ ਟੇਬਲ ਬੁੱਕ ਔਨ ਗ੍ਰੀਨ ਰੈਵੋਲੂਸ਼ਨ, ਤੇ ਕਿੱਡੀਆਂ ਚੰਗੀਆਂ ਗੱਲਾਂ ਵੀ ਇਹਦੇ ਨਾਲ ਤੇ ਫੋਕਲ ਪੁਆਇੰਟ ਬਣ ਗਏ, ਤੇ ਸਾਰੇ ਇਲੈਕਟ੍ਰਿਸਿਟੀ ਦਾ ਇਲੈਕਟ੍ਰੀਫਿਕੇਸ਼ਨ ਦਾ ਇਹ ਹੋ ਗਿਆ, ਤੇ ਇਰੀਗੇਸ਼ਨ ਦੇ ਕੈਨਾਲ ਨੈਟਵਰਕ ਬਣ ਗਏ ਨੇ, ਤੇ ਫਸਲਾਂ ਇੰਨੀਆਂ ਹੋ ਗਈਆਂ ਨੇ, ਤੇ ਯੀਲਡ ਇੰਨੀ ਹੋ ਗਈ ਹੈ। ਤੇ ਉਹ ਜਿਹੜਾ ਸਾਰਾ ਸ਼ੋਰ ਕਿਸਾਨ ਅੰਦੋਲਨ ਨੇ ਦਿੱਤਾ ਸੀਗਾ ਵੀ ਗ੍ਰੀਨ ਰੈਵੋਲੂਸ਼ਨ ਨੇ ਸਾਡੇ ਨਾਲ ਕੀ ਕੀਤਾ ਹੈ, ਉਹਦੇ ਵਿੱਚੋਂ ਮਿਸਿੰਗ ਹੈ, ਤੇ ਅਸੀਂ ਇੱਕ ਕਾਫੀ ਟੇਬਲ ਬੁੱਕ ਤੱਕ ਸਮੇਟ ਦਿੰਦੇ ਹਾਂ। ਹੁਣ ਗ੍ਰੀਨ ਰੈਵੋਲੂਸ਼ਨ ਦੀ ਉਹ ਕਹਾਣੀ ਖੂਬਸੂਰਤ ਜਿਹੜੀ 60ਵਿਆਂ 70ਵਿਆਂ ਦੇ ਵਿੱਚ ਉਹਨੇ ਇੱਕ ਪੂਰੀ ਕਲਾਸ ਨੂੰ ਸਸ਼ਕਤ ਕੀਤਾ, ਲੈਂਡ ਦੀ ਵੈਲਿਊ ਦੇ ਨਾਲ ਕਿਵੇਂ ਜੋੜਿਆ, ਉਹਦੇ ਵਿੱਚੋਂ ਉਹਦੇ ਨਾਲ ਕਾਸਟ ਦੇ ਕਿਹੜੇ ਕੁਐਸਚਨ ਪੈਦਾ ਹੋਏ ਨੇ, ਜੱਟ ਤੇ ਸੀਰੀ ਦੇ ਕਿਹੜੇ ਸਵਾਲ ਪੈਦਾ ਹੋਏ ਨੇ, ਤੇ ਹੁਣ ਜਾ ਕੇ ਕਲਾਈਮੇਟ ਚੇਂਜ ਦੇ ਨਾਲ, ਐਨਵਾਇਰਨਮੈਂਟ ਦੇ ਨਾਲ, ਖੇਤੀਬਾੜੀ ਵਿੱਚ ਆਈ ਖੜੋਤ ਦੇ ਨਾਲ ਸਾਨੂੰ ਕਿੱਥੇ ਲਿਆ ਸੁੱਟਿਆ। ਇਹ ਕਹਾਣੀ ਦਾ ਕੋਈ ਕਿਹੜਾ ਵੱਡਾ ਸ਼ਾਹਕਾਰ ਮੈਂ ਤੁਸੀਂ ਦੱਸੋ ਆਪਣੇ ਕਿਸੇ ਬੱਚੇ ਨੂੰ ਦਿਆਂ ਵੀ ਆਹ ਪੜ੍ਹ, ਗੁਰਭਜਨ ਗਿੱਲ ਜੀ ਨੇ ਸਿਫਾਰਿਸ਼ ਕੀਤੀ ਹੈ, ਤੈਨੂੰ ਸਾਰੀ ਗੱਲ ਸਮਝ ਆ ਜਾਵੇਗੀ। ਮੈਂ ਇਸ ਗੱਲ ਦੀ ਗਵਾਹੀ ਸੁਖਦੇਵ ਦੀ ਪਾਉਣੀ ਚਾਹਾਂਗਾ ਕਿ ਜਿਹੜੀ ਅਸੀਂ ਪੋਲੀਟੀਕਲ ਇਕਨੋਮੀ ਤੇ ਸੈਮੀਨਾਰਸ ਦੀ 4 ਲੜੀ ਕੀਤੀ, ਉਹਦਾ ਆਧਾਰ ਹੀ ਇਹ ਗੱਲ ਸੀ ਜਿਹੜੀ ਤੁਸੀਂ ਗੱਲ ਕੀਤੀ ਹੁਣ ਕੀਤੀ ਹੈ, ਕਿਸਾਨੀ ਜ਼ਿੰਦਗੀ, ਗ੍ਰੀਨ ਰੈਵੋਲੂਸ਼ਨ ਜਿਸ ਨੂੰ ਮੈਂ ਗ੍ਰੀਨ ਰੈਵੋਲੂਸ਼ਨ ਹਮੇਸ਼ਾ ਕਹਿੰਦਾ, ਬਿਲਕੁਲ ਉਸ ਗ੍ਰੀਨ ਰੈਵੋਲੂਸ਼ਨ ਤੋਂ ਪ੍ਰਭਾਵਿਤ 2 ਸਾਡੇ ਕੋਲ ਜੋ ਕ੍ਰਾਈਸਿਸ ਆਇਆ, ਖੁਦਕੁਸ਼ੀਆਂ ਆਈਆਂ, 2 ਨਾਵਲ ਆਏ, 2 ਵੱਡੇ ਨਾਂ ਨੇ, ਮੈਂ ਉਹਨਾਂ ਦੇ ਸਭ ਤੋਂ ਮਾੜੇ ਨਾਵਲ ਉਹਨਾਂ ਨੂੰ ਮੰਨਦਾ। ਕਣਕਾਂ ਦਾ ਕਤਲਾਮ ਰਾਮ ਸਰੂਪ ਪਣਖੀ ਦਾ, ਤੇ ਅੰਨਦਾਤਾ ਬਲਦੇਵ ਸਿੰਘ ਦਾ। ਮੈਂ 2 ਵੋਲਿਊਮਸ ਹੈ ਮੇਰੇ ਕੋਲ ਅੰਦਰ, ਨਹੀਂ ਸਿੰਗਲ ਵਾਲੀਅਮ। ਮੈਂ ਮਹਿਸੂਸ ਇਹ ਕਰਦਾ ਕਿ ਹਾਸੋਹੀਣੇ ਨਾਵਲ ਨੇ, ਚਾਈਲਡਿਸ਼ ਨਾਵਲ ਨੇ, ਸੋਸ਼ਲ ਰਿਐਲਿਟੀ ਨੂੰ ਜਾਣੇ ਬਿਨਾਂ ਲਿਖੇ ਨਾਵਲ ਨੇ, ਪੀੜ ਜਾਣੇ ਬਿਨਾਂ ਪੀੜ ਵਿਹੂਣੇ ਨਾਵਲ ਨੇ। ਉਸੇ ਲੋੜ ਤੋਂ ਅਸੀਂ ਪੋਲੀਟੀਕਲ ਇਕਨੋਮੀ ਬਾਰੇ ਸੈਮੀਨਾਰਸ ਕੀਤੇ ਸੀ। ਉਹ ਪਰਚੀ ਤੁਸੀਂ ਮੈਨੂੰ ਨਹੀਂ ਦੇ ਕੋਈ ਦੇ ਰਹੇ ਵੀ ਮੈਂ ਕੀ ਦੱਸਾਂ ਬੱਚਿਆਂ ਨੂੰ ਵੀ ਵੱਡਾ ਸ਼ਾਹਕਾਰ। ਮੈਂ ਪਰਚੀ ਦੀ ਗੱਲ ਸੁਣ ਲਓ। ਹੁਣ ਸਵਾਲ ਇਹ ਕਦੇ ਨਾ ਵਿਸਾਰਿਓ ਕਿ ਲੇਖਕ ਕੰਟੀਨਿਊਟੀ 'ਚ ਲੇਖਕ ਹੁੰਦਾ। ਵਾਹ, ਬਾਬਾ ਫਰੀਦ ਨਾ ਹੁੰਦਾ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਅਸਰ ਉਹਨਾਂ ਨਹੀਂ ਸੀ ਹੋ ਸਕਣਾ ਕਿ ਉਹ ਤੋਂ ਪਹਿਲਾਂ ਜਿਹੜੀ ਗਰਾਊਂਡ ਉਹਨਾਂ ਤਿਆਰ ਕੀਤੀ, ਗੁਰੂ ਨਾਨਕ ਪਾਤਸ਼ਾਹ ਨੇ ਉਸ ਗਰਾਊਂਡ ਨੂੰ ਅੱਗੇ ਸਿੰਜਿਆ। ਉਹਦੇ ਵਿੱਚ ਕਬੀਰ ਸਾਹਿਬ ਵੀ ਆਉਂਦੇ ਨੇ, ਜੈਦੇਵ ਵੀ ਆਉਂਦਾ, ਉਹਦੇ ਵਿੱਚ ਦਾਨੇਸ਼ਵਰ ਹਮੇਸ਼ਾ ਹੀ ਕਰਦੇ ਨੇ। ਦਾਨੇਸ਼ਵਰੀ ਦੀ ਟ੍ਰੈਡੀਸ਼ਨ ਇਹ ਹੈ। ਬਿਲਕੁਲ। ਹੁਣ ਜੇ ਅੱਜ ਆਪਾਂ ਇਹ ਆਖੀਏ ਕਿ ਅਸੀਂ ਇੰਟੈਲੈਕਚੁਅਲਿਜ਼ਮ ਦੀ ਟ੍ਰੈਡੀਸ਼ਨ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਇੱਕ ਨਵਾਂ ਸ਼ਬਦ ਆਇਆ ਬੌਧਿਕ ਕੰਗਾਲੀ। ਹਰ ਕੋਈ ਇਹਦਾ ਪਿੱਟ ਸਿਆਪਾ ਕਰ ਰਿਹਾ। ਇਹ ਵੀ ਫੈਸ਼ਨ, ਇਹ ਬਹੁਤ ਕੰਗਾਲੀ ਕਹਿਣਾ ਫੈਸ਼ਨ। ਸਾਡੇ ਕੋਲ ਬੜੇ ਬੜੇ ਜ਼ਹੀਨ ਲੋਕ ਨੇ ਅੱਜ ਦੀ ਤਰੀਕ 'ਚ ਵੀ ਕੰਮ ਕਰ ਰਹੇ ਨੇ ਜੀ। ਮਤ ਸੋਚੀਏ ਕਿ ਜ਼ਹਾਨਤ ਖਤਮ ਹੋ ਗਈ ਹੈ। ਜ਼ੇਨੀ ਕੰਗਾਲੀ ਕਹਿ ਕੇ ਅਸੀਂ ਆਪਣੀ ਇਸ ਧਰਤੀ ਦੀ ਬਹੁਤ ਮਰਿਆਦਾ ਨੂੰ। ਤੁਸੀਂ ਕੋਈ ਨਾਮ ਜੋੜਨਾ ਚਾਹ ਰਹੇ ਸੀ ਕੁਇਕਲੀ? ਮੈਂ ਇਹ ਗੱਲ ਇੱਕ ਸੁਖਦੇਵ ਇੱਕ ਮਿੰਟ ਜੀ, ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ ਗੱਲ ਇਹ ਕਿ ਕਿਸਾਨੀ ਸੰਘਰਸ਼ ਨੇ ਸਾਨੂੰ ਉਹ ਆਈ ਦਿੱਤੀ ਹੈ ਜਿਹਦੇ ਰਿਜ਼ਲਟ ਜੇ ਫਿਊਚਰ 'ਚ ਆਉਣੇ ਨੇ। ਸਵਾਲ ਬੜੇ ਸਖਤ ਖੜਾ ਕਰ ਗਿਆ ਕਿਸਾਨੀ ਸੰਘਰਸ਼। ਉਹਨੇ ਇਹ ਕੀ ਗੱਲ ਹੈ ਤੁਸੀਂ ਇਹਨੂੰ ਕਿਸਾਨੀ ਸੰਘਰਸ਼ ਕਿਹਾ ਕਿਉਂਕਿ ਮਜ਼ਦੂਰਾਂ ਦਾ ਸੰਘਰਸ਼ ਦੀ ਗਾਥਾ ਤੇ ਉਹਦੇ ਚੋਂ ਬਿਲਕੁਲ ਗਾਇਬ ਨਹੀਂ। ਉਹ ਗੈਪ ਤਾਂ ਉਹ ਜਿਹੜਾ ਗੈਪ ਹੈ ਉਹ ਵੀ ਫਿਲ ਕਰਨ ਲਈ ਪੰਜਾਬੀ ਲਿਟਰੇਚਰ ਮੈਂ ਉਹਨਾਂ ਫੈਸ਼ਨੇਬਲ ਲੋਕਾਂ 'ਚ ਨਹੀਂ ਆਉਂਦਾ ਕਿ ਕਿਸਾਨ ਮਜ਼ਦੂਰ ਦਾ ਨਾਰਾ ਸੰਪੂਰਨ ਕਰ ਦਈਏ ਤੇ ਕਿਸਾਨ ਦੇ ਨਾਲ ਮਜ਼ਦੂਰ ਸ਼ਾਮਲ ਹੋ ਜਾਂਦਾ, ਮਜ਼ਦੂਰ ਨਾਲ ਸ਼ਾਮਲ ਹੋ ਜਾਂਦਾ। ਮਜ਼ਦੂਰ ਤਾਂ ਅਸਲ ਸਭ ਤੋਂ ਵੱਧ ਮਾਰਜਨਲਾਈਜ਼ ਮਜ਼ਦੂਰ ਹੈ। ਇਹ ਤਾਂ ਹੁਣ ਪਹਿਲੀ ਵਾਰ ਇਹਨਾਂ ਨੇ। ਆਈ ਜਸਟ ਵਾਂਟਡ ਟੂ ਐਡ ਕਿ ਅਜਮੇਰ ਔਲਖ ਦਾ ਮੈਂ ਤਿੰਨ ਐਡ ਕਰਨਾ, ਬਹੁਤ ਪਿਆਰਾ ਕੰਮ ਹੈ। ਮੈਂ ਤਿੰਨ ਨਾਮ ਐਡ ਕਰਨਾ ਚਾਹੁੰਦਾ ਨੈਗੇਟਿਵ ਐਸਪੈਕਟਸ ਬਾਰੇ ਗ੍ਰੀਨ ਰੈਵੋਲੂਸ਼ਨ ਦੇ। ਜੀ, ਜਦੋਂ ਅਜਮੇਰ ਆਉਂਦਾ ਸੀਨ ਦੇ ਉੱਤੇ, ਅਜਮੇਰ ਸਾਡਾ ਉਹ ਬਾਹਰ ਨਾਟਕਕਾਰ ਆ ਜਿਹੜਾ ਪੰਜਾਬ ਦੇ ਖਾਸ ਤੌਰ ਤੇ ਉਹ ਖੇਤ ਮਜ਼ਦੂਰ ਜਿਹਨੂੰ ਅਸੀਂ ਜਿਹੜੀਆਂ ਕੁਝ ਕਹਾਣੀਆਂ ਲਿਖੀਆਂ ਇਸੇ ਦੌਰ 'ਚ ਬਰਿਆਮ ਸੰਧੂ ਨੇ, ਨੰਗ ਜੱਟਾਂ ਦੀਆਂ ਕਹਾਣੀਆਂ, ਜਿਹਨੂੰ ਉਹਨੇ ਸ਼ਬਦ ਵਰਤਿਆ ਨੰਗ ਜੱਟ, ਉਹ ਤੋਂ ਪਹਿਲਾਂ ਅਦਰਜੀਤ ਨੇ ਲਿਖੀਆਂ, ਜਿਹਨੂੰ ਅਸੀਂ ਸਮਾਂਤ ਕਿਸਾਨੀ ਕਹਿੰਦੇ ਆ, ਜਾਂ ਇਸੇ ਸਭ 'ਚ ਗੁਰਚਰਨ ਚਾਹਲ ਭੀਖੀ ਦੀਆਂ ਕੁਝ ਕਹਾਣੀਆਂ। ਪਰ ਔਲਖ ਜਿਹੜਾ ਹੈਗਾ, ਔਲਖ ਦੇ ਨਾਲ ਨਾਲ ਜੋਗਾ ਸਿੰਘ ਕਵਿਤਾ 'ਚ ਲਿਖ ਰਿਹਾ। ਔਲਖ ਦੀ ਇੱਕ ਇਹ ਵੀ ਖੂਬਸੂਰਤੀ ਕਿ ਉਹਦਾ ਨਾਟਕ ਲੋਕਾਂ ਦੇ ਨਾਲ ਜੁੜਿਆ ਹੈ। ਬਿਲਕੁਲ ਭਾਜੀ ਗੁਰਸ਼ਰਨ ਦੇ ਨਾਟਕਾਂ ਵਾਂਗ ਔਲਖ ਦੇ ਨਾਟਕਾਂ ਨਾਲ ਲੋਕ ਜੁੜੇ ਆ, ਵਹੀਰਾਂ ਘੱਟ ਕੇ ਆਈਆਂ ਔਲਖ ਲਈ। ਦੇਖੋ ਔਲਖ ਜਦੋਂ ਬਗਾਨੇ ਬੋੜ ਦੀ ਸ਼ਾਨ ਲਿਖਦਾ ਜਾਂ ਜਦੋਂ ਔਲਖ ਜਾ ਕੇ 7 ਬਗਾਨੇ ਲਿਖਦਾ ਆ, ਔਲਖ ਪੰਜਾਬ ਦੀ ਉਹ ਜਿਹੜੀ ਸੀਮਾਂਤ ਕਿਸਾਨੀ ਆ, ਸੀਮਾਂਤ ਕਿਸਾਨੀ ਦਾ ਕੇਵਲ ਆਰਥ ਦੇਖੋ ਉਹ ਗੱਦੀ ਖਾਲੀ ਪਈ ਹੈ। ਮੈਂ ਜੋੜ ਜਾਨਸ਼ੀਨ ਗੱਦੀਆਂ ਦੇਖਦੇ ਨੇ। ਔਲਖ ਸੀਮਾਂਤ ਕਿਸਾਨੀ ਦੇ ਆਰਥਿਕ ਸੰਕਟ ਨੂੰ ਨਹੀਂ ਪੇਸ਼ ਕਰ ਰਿਹਾ ਇਕੱਲੇ ਨੂੰ, ਉਹ ਸੀਮਾਂਤ ਕਿਸਾਨੀ ਦੇ ਕਲਚਰਲ ਸੰਕਟਾਂ ਨੂੰ ਨਾਲ ਪੇਸ਼ ਕਰ ਰਿਹਾ ਕਿ ਜਦੋਂ ਕਿਸਾਨ ਨੂੰ ਭੂਮੀਹੀਨ ਮਜ਼ਦੂਰ ਬਣਨਾ ਪੈਂਦਾ, ਔਲਖ ਉਹਨੂੰ ਪਕੜਨ ਦੀ ਕੋਸ਼ਿਸ਼ ਕਰਦਾ। ਔਰ ਇੱਥੋਂ ਤੱਕ ਕਿ ਮੈਂ ਅੱਗੇ 2 ਨਾਮਾਂ ਤੇ ਆਉਣਾ ਚਾਹੁੰਦਾ। ਉਸੇ ਸ਼ਹਿਰ 'ਚ ਬੈਠਾ ਦੇਵਨੀਤ, ਜਦੋਂ ਦੇਵਨੀਤ
ਹੁਣ ਜਿਹੜਾ ਮੌਜੂਦਾ ਸੰਕਟ ਆ, ਜਿਹੜਾ ਨਿਊ ਲਿਬਰਲ ਪਾਲਿਸੀਜ਼ ਤੋਂ ਬਾਅਦ ਪੰਜਾਬ ਦੇ ਕਿਸਾਨ ਨੂੰ ਸੰਕਟ ਫੇਸ ਕਰਨਾ ਪੈਂਦਾ। ਜਦੋਂ ਹੁਣ ਸਟਾਲਨ ਚੁੱਪ ਹੈ ਨਾ ਦੀਆਂ ਉਹ ਨਜ਼ਮਾਂ ਲਿਖਦਾ, ਤੇ ਉਸੇ ਸਮੇਂ ਲਾਲ ਸਿੰਘ ਦਿਲ ਜਿਹੜਾ ਸੀਗਾ ਬਿੱਲਾ ਫਿਰ ਆਇਆ ਕਪਤਾਨ ਦੇ ਦੌਰ ਦੀ ਕਵਿਤਾ ਲਿਖਦਾ ਆ। ਔਰ ਅੱਜ ਅਸੀਂ ਜਿੱਥੇ ਪਹੁੰਚਦੇ ਹਾਂ, ਜਿੱਥੇ ਮੈਂ ਨਿਰਾਸ਼ ਕਿਉਂ ਨਹੀਂ, ਮੈਂ ਕਿਹਾ ਸੀ ਬਈ ਮੈਂ ਨਿਰਾਸ਼ ਨਹੀਂ ਹਾਂ। ਅੱਜ ਜਦੋਂ ਅਸੀਂ ਪਹੁੰਚਦੇ ਹਾਂ, ਉਸੇ ਮਾਨਸਾ ਸ਼ਹਿਰ ਦਾ ਨਵਾਂ ਮੁੰਡਾ ਜਿਹਦੀ ਕਵਿਤਾ ਹੈਗੀ ਦਾਬ, ਕੀ ਨਾਮ ਉਹਦਾ, ਨਾਮ ਨਹੀਂ ਯਾਦ ਆ ਰਿਹਾ, ਤਨਵੀਰ ਦੀ ਕਵਿਤਾ ਦਾਬ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਕਿਸਾਨੀ ਸੰਕਟ ਦੇ ਵੱਖਰੇ ਵੱਖਰੇ ਜਿਹੜੇ ਪਹਿਲੂ ਨੇ ਉਹ ਸਾਡੇ ਨਾਵਲ ਕਹਾਣੀ ਤੋਂ ਤੁਰਦੇ ਤੁਰਦੇ ਸਾਡੀ ਕਵਿਤਾ ਤੱਕ ਆਉਂਦੇ ਤੁਸੀਂ ਕਹਿੰਦੇ ਗੀਤ ਤੱਕ ਆਉਣਾ ਚਾਹੁੰਦਾ। ਮੈਂ ਨਾ ਬਹੁਤ ਸਾਰੇ ਨੇਮ ਥਰੋਇੰਗ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਐਂ ਲੱਗਦਾ ਵੀ ਕੁਝ ਨਾਮ ਵਿੱਚੋਂ ਰਹਿ ਰਹੇ ਨੇ, ਮੈਂ ਇਹ ਵੀ ਰੁਕ ਦਿਆਂ ਜਾਂ ਇਹ ਨਾਮ ਮੈਂ ਲੈ ਦਿਆਂ। ਸਵਾਲ ਇਹ ਹੈ, ਪੰਜਾਬ ਦਾ ਸਭ ਤੋਂ ਮਤਲਬ ਐਜੂਕੇਸ਼ਨ ਸਾਡਾ ਇੱਕ ਮੇਜਰ ਇਸ਼ੂ ਹੈ। ਪੰਜਾਬ ਦੀਆਂ ਸਭ ਤੋਂ, ਸਾਨੂੰ ਪਤਾ ਵੀ ਸਾਡੀਆਂ ਯੂਨੀਵਰਸਿਟੀਆਂ ਹਿੰਦੂ ਸਿੱਖ ਯੂਨੀਵਰਸਿਟੀਆਂ 'ਚ ਵੰਡੀਆਂ ਹੋਈਆਂ। ਸਾਨੂੰ ਪਤਾ ਵੀ ਫਲਾਣੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹਮੇਸ਼ਾ ਸਿੱਖ ਹੁੰਦਾ, ਫਲਾਣੀ ਦਾ ਹਿੰਦੂ ਹੁੰਦਾ, ਫਲਾਣੀ ਪਾਰਟੀ ਦੇ ਕੋਟੇ ਦੇ ਵਿੱਚ ਗਈਆਂ ਹੋਈਆਂ ਨੇ। ਜਿਹਦਾ ਕੋਈ ਸਿੱਖ ਬਣ ਜਾਂਦਾ, ਜਿਹੜਾ ਪੱਗ ਵਾਲਾ ਸਿੱਖ ਨਹੀਂ ਹੁੰਦਾ, ਤਾਂ ਇੱਕ ਅਲੱਗ ਨਵੀਂ ਕਿਸਮ ਦੀ ਕੰਪਲੈਕਸਿਟੀ ਵਾਲੇ ਸਵਾਲ ਖੜੇ ਹੁੰਦੇ ਨੇ। ਸਭ ਤੋਂ ਸੈਕੂਲਰ ਯੂਨੀਵਰਸਿਟੀਆਂ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਜਿਹੜੀਆਂ ਐਨ ਹਿੰਦੂ ਸਿੱਖ ਮੁਸਲਮਾਨ ਕੋਈ ਤਫਰਕਾ ਨਹੀਂ ਰੱਖਦੀਆਂ, ਬਰਾਬਰ ਤੇ ਲੁੱਟ ਰਹੀਆਂ ਨੇ। ਜੋ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਹਾਲ ਹੋਇਆ ਸਾਡੇ ਸਾਹਮਣੇ ਹੈ। ਹੁਣ ਇਹ ਕਥਾ ਜੋ, ਕਿਉਂਕਿ ਸਾਡੇ ਬੱਚੇ ਤਾਂ ਉੱਥੇ ਬਣ ਰਹੇ ਨੇ ਨਾ, ਉਹ ਤਾਂ ਉੱਥੇ ਸ਼ੇਪ ਅਪ ਹੋ ਰਹੇ ਨੇ। ਮੇਰੇ ਬੱਚਿਆਂ ਨੇ ਕਿਹੋ ਜਿਹੇ ਬੱਚਿਆਂ ਨਾਲ ਖੇਡਣਾ ਹੈ, ਉਹਨਾਂ ਦੇ ਬੱਚਿਆਂ ਨੇ ਕਿਹੋ ਜਿਹੇ ਬੱਚਿਆਂ ਨਾਲ ਵਿਆਹ ਕਰਵਾਉਣੇ ਨੇ, ਰਿਸ਼ਤੇ ਕਰਨੇ ਨੇ, ਉਹ ਤਾਂ ਯੂਨੀਵਰਸਿਟੀਆਂ ਪੰਜਾਬ ਦੀਆਂ ਉਹ 30-35 ਯੂਨੀਵਰਸਿਟੀਆਂ ਡਿਸਾਈਡ ਕਰ ਰਹੀਆਂ ਨੇ। ਉਹਨਾਂ ਬਾਰੇ ਕਿਹੜੀ ਕੋਈ ਵੱਡੀ ਕਥਾ ਕਹਾਣੀ। ਜੇ ਮੈਂ ਵੈਸਟ ਹਾਲ ਦੇਖਦਾ, ਮੈਨੂੰ ਲੱਗਦਾ ਟੂ ਸਰਵ ਵਿਦ ਲਵ ਬੱਚਿਆਂ ਸਭ ਨੇ ਦੇਖੀ ਹੈ, ਮਿਸਟਰ ਹਾਲੈਂਡ ਆਫਿਸ, ਐਜੂਕੇਟਿੰਗ ਰੀਟਾ ਮਾਈਕਲ ਕੇਨ ਦੀ, ਉਹ ਫਰਾਂਸਿਸ ਤੋਫਾ ਦੀ 400 ਬਲੋਜ਼, ਮਤਲਬ ਕਮਿੰਗ ਆਫ ਏਜ ਫਿਲਮਾਂ ਦਾ ਕੋਈ ਘੱਟ ਹੀ ਨਹੀਂ ਹੈ। ਗੁੱਡ ਬਾਏ ਮਿਸਟਰ ਚਿਪਸ ਲਾਈਨ ਅਪ ਹੈ ਮੇਰੇ ਕੋਲ ਪੰਜਾਬੀ 'ਚ। ਮੈਂ ਉਹਨਾਂ ਨੂੰ ਕਿਹੜੀ ਇੱਕ ਤਾਰੇ ਜ਼ਮੀਨ 'ਤੇ ਸਾਡੇ ਇੱਥੇ ਬਣੀ ਹੈ, 2007 'ਚ ਬਣੀ ਹੈ। 2007 ਵਿੱਚ ਹੀ ਉਹ ਫਰੀडम ਰਾਈਟਰਸ ਬਣਾਉਂਦੇ ਨੇ, ਜਿਹੜੀ ਸਾਬਤ ਕਰਦੀ ਹੈ ਕਿ ਇੱਕ ਡਿਸਟਰਬਡ ਪਰਿਵਾਰਾਂ ਤੋਂ ਆਏ ਹੋਏ ਬੱਚੇ ਜਾਂ ਬਿਲਕੁਲ ਜਿਹੜੇ ਮਾਰਜਨਲਾਈਜ਼ਡ ਬਲੈਕਸ ਦੇ ਬੱਚੇ, ਜਿਨ੍ਹਾਂ ਨੂੰ ਭਾਸ਼ਾ ਦੇ ਉੱਤੇ ਕੋਈ ਸ਼ਊਰ ਹਾਸਲ ਨਹੀਂ ਹੈ, ਉਹਨਾਂ ਨੂੰ ਉਹ ਕਿਸ ਤਰੀਕੇ ਨਾਲ ਇੱਕ ਸਿੰਗਲ ਅਧਿਆਪਕ ਲੇਖਕਾਂ ਵਿੱਚ ਕਰ ਦਿੰਦਾ। ਔਰ ਉਹ ਸਾਰੀਆਂ ਟਰੂ ਸਟੋਰੀਜ਼ ਨੇ ਕਿ ਉਹਨਾਂ ਨੂੰ ਉਹ ਪੂਰੀ ਜਿਹੜੀ ਬੱਸ 'ਚ ਬੱਚੇ ਭਰ ਕੇ ਆਉਂਦੇ ਸੀ, ਉਹ ਬੱਸ ਉਹਨੇ ਲੇਖਕਾਂ ਦੀ ਬਣਾ ਦਿੱਤੀ। ਉਹ ਲੇਖਕਾਂ ਦੀ ਬੱਸ ਭਰ ਕੇ ਇੱਕ ਦਿਨ ਜਾਂਦੀ ਹੈ, ਤੇ ਉਹ ਟੀਚਰ ਅਜੇ ਉਹ ਜਿਉਂਦੀ ਸੀਗੀ ਜਿਸ ਵੇਲੇ ਉਹ ਫਿਲਮ ਆਉਂਦੀ ਹੈ। 2007 ਵਿੱਚ ਹੀ ਦਾ ਗ੍ਰੇਟ ਡਿਬੇਟਰਸ ਆਈ ਹੈ ਕਿ ਉਹਨੇ ਆਪਣੇ ਬੱਚਿਆਂ ਨੂੰ ਇੰਨਾ ਸ਼ਊਰ ਦਿੱਤਾ, ਜਿਨ੍ਹਾਂ ਬੱਚਿਆਂ ਨੂੰ ਬਿਲਕੁਲ ਛੋਟੇ ਘਰਾਂ ਤੋਂ ਨਿਮਨ ਪਰਿਵਾਰਾਂ ਤੋਂ ਆਉਂਦੇ ਸੀ, ਉਹਨਾਂ ਨੂੰ ਹਾਰਵਰਡ ਯੂਨੀਵਰਸਿਟੀ ਦੇ ਬਰਾਬਰ ਦੇ ਡਿਬੇਟਰ ਬਣਾ ਦਿੱਤਾ। ਇਹ ਵੀ 2007 ਵਿੱਚ ਆਈ ਹੈ। ਅਸੀਂ ਪੰਜਾਬੀ ਦੇ ਵਿੱਚ, ਮੇਰੇ ਪੰਜਾਬ ਦੇ ਬੱਚਿਆਂ ਨੇ ਸਿੱਖਿਆ ਬਾਰੇ ਕੋਈ ਗ੍ਰੈਂਡ ਫਿਲਮ ਦੇਖਣੀ ਹੋਵੇ, ਉਹ ਕੀ ਵੇਖਣਗੇ? ਮੇਰੇ ਰਾਈਟਰਸ ਬੈਠ ਕੇ ਕਿਉਂ ਇਹਦੇ ਲਈ ਨਹੀਂ ਲੜ ਰਹੇ? ਮੇਰਾ ਫਿਲਮਕਾਰ ਇਹਨੂੰ ਲੈ ਕੇ ਚਿੰਤਾ ਵਿੱਚ ਕਿਉਂ ਨਹੀਂ ਹੈ? ਇਹਦੇ ਬਾਰੇ ਸੈਮੀਨਾਰ ਕਿਉਂ ਨਹੀਂ ਹੋ ਰਹੇ ਕਿ ਸਾਡੇ ਬੱਚੇ ਗਰੀਬ ਨੇ, ਉਹਨਾਂ ਨੂੰ ਮੈਂ ਲੁੱਟਣ ਦੀ ਇਜਾਜ਼ਤ ਦੇ ਦਿਆਂ ਤਾਂ ਖਜ਼ਾਨੇ ਕੋਈ ਨਹੀਂ ਗਾ ਲੁੱਟਣ ਜਾਊਗਾ। ਉਹਦਾ ਇੱਕ ਰੀਜ਼ਨ ਆ, ਦੇਖੋ ਜਦੋਂ ਸਮਾਜ ਵਿੱਚ ਵੱਡੀਆਂ ਮੂਵਮੈਂਟਸ ਹੁੰਦੀਆਂ ਆ, ਲਿਟਰੇਚਰ ਦੇ ਵਿੱਚ ਵੀ ਵੱਡੇ ਪਰਿਵਰਤਨ ਉਦੋਂ ਆਉਂਦੇ ਆ ਜਦੋਂ ਸਮਾਜ ਵਿੱਚ ਜਾਂ ਤਾਂ ਕ੍ਰਾਈਸਿਸ ਵੱਡੇ ਹੋਣ, ਤੇ ਜਾਂ ਉਹਨਾਂ ਕ੍ਰਾਈਸਿਸਾਂ ਦੇ ਪ੍ਰਤੀ ਉੱਤਰ ਵਜੋਂ ਕੋਈ ਵੱਡੀ ਮੂਵਮੈਂਟ ਖੜੀ ਹੁੰਦੀ ਆ। ਨਵੀਂ ਸਿੱਖਿਆ ਨੀਤੀ ਆਈ ਆ, ਪੰਜਾਬ ਦੇ ਬੁੱਧੀਜੀਵੀਆਂ ਨੇ ਤਾਂ ਵਾਲੀ ਮੋਟੀ ਚਰਚਾ ਕੀਤੀ ਆ। ਪੰਜਾਬ ਦੇ ਪੋਲੀਟੀਸ਼ੀਅਨਸ ਕੋਲ ਕੋਈ ਸ਼ੂਰ ਨਹੀਂ ਕਿ ਨਵੀਂ ਸਿੱਖਿਆ ਨੀਤੀ 'ਚ ਹੋ ਕੀ ਜਾਣਾ ਆ। ਪੰਜਾਬ ਅੱਜ ਤੋਂ ਬਾਅਦ ਕੀ ਹੋਏਗਾ ਕਿ ਭਾਸ਼ਾਵਾਂ ਤੇ ਸਮਾਜਿਕ ਵਿਗਿਆਨਾਂ ਤੇ ਬਿਲਕੁਲ ਜ਼ੋਰ ਨਹੀਂ ਹੈ। ਇਹਨਾਂ ਨੇ ਕਰਨਾ ਕੀ ਆ, ਨਵੀਂ ਸਿੱਖਿਆ ਨੀਤੀ 'ਚ ਕੀ ਆ ਕਿ 6ਵੀਂ 7ਵੀਂ ਜਮਾਤ ਤੋਂ ਬਾਅਦ ਬੱਚੇ ਨੂੰ ਤੁਸੀਂ ਟੈਕਨੀਕਲ ਐਜੂਕੇਸ਼ਨ ਦੇਣੀ ਆ, ਨਾ ਉਹਨਾਂ ਨੂੰ ਸਮਾਜ ਵਿਗਿਆਨਾਂ ਵਾਲੇ ਪਾਸੇ ਲੈ ਕੇ ਜਾਣਾ। ਅਸੀਂ ਸਿਰਫ ਉਹਨਾਂ ਨੂੰ ਇੱਕ ਤਕਨੀਕੀ ਮਹਾਰਤ ਵਾਲਾ ਕਾਮਾ ਬਣਾ ਕੇ ਦੁਨੀਆ ਦੇ ਸਰਮਾਏਦਾਰਾਂ ਨੂੰ ਸੌਂਪ ਦੇਣਾ। ਨਹੀਂ, ਬੜੀ ਵੱਡੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਸੀ। ਪੰਜਾਬ ਦੀ ਗਲੀ-ਗਲੀ 'ਚ ਬਹਿਸ ਹੋਣੀ ਚਾਹੀਦੀ ਸੀ ਐਨਡੀਪੀ ਦੇ ਉੱਤੇ। ਅਸੀਂ ਸਿੱਖਿਆ ਦੇ ਕੇ ਇੱਕ ਬੰਦੇ ਨੂੰ ਚੰਗਾ ਨਾਗਰਿਕ ਨਹੀਂ ਬਣਾਉਣਾ ਚਾਹੁੰਦੇ, ਅਸੀਂ ਉਹਨੂੰ ਤਕਨੀਕੀ ਮਹਾਰਤ ਵਾਲਾ ਕਾਮਾ ਬਣਾਉਣਾ ਚਾਹੁੰਦੇ ਆ। ਸਵਾਲ ਇਹ ਆ ਕਿ ਤੁਸੀਂ ਜੇ ਸਮਾਜਾਂ ਨੂੰ ਸ਼ਾਂਤ ਰੱਖਣਾ ਆ, ਜੇ ਸਮਾਜਾਂ ਨੂੰ ਵਿਕਾਸ ਦੇ ਰਾਹ ਪਾਉਣਾ, ਜੇ ਸਮਾਜਾਂ ਨੂੰ ਸੱਭਿਅਕ ਸਮਾਜ ਬਣਾਉਣਾ, ਤਾਂ ਸਾਨੂੰ ਸੱਭਿਅਕ ਨਾਗਰਿਕ ਪੈਦਾ ਕਰਨੇ ਪੈਣਗੇ, ਨਾ ਕਿ ਤਕਨੀਕੀ ਮਹਾਰਤ ਵਾਲੇ ਕਾਮੇ ਜਾਂ ਪ੍ਰੋਫੈਸ਼ਨਲਸ ਪੈਦਾ ਕਰਕੇ। ਸ਼ਮਸ਼ਾਨ ਘਾਟ ਵਾਲੀ ਸ਼ਾਂਤੀ ਹੋਈ ਪਈ ਹੈ ਨਾ। ਇਹ ਦਲੀਲ ਤੇ ਹੋਰਨਾਂ ਡਿਬੇਟਸ ਤੇ, ਇਸ ਚੈਨਲ ਦੇ ਉੱਤੇ, ਬਾਕੀ ਚੈਨਲਸ ਦੇ ਉੱਤੇ ਹਰ ਵੇਲੇ 2-4 ਇਹੋ ਜਿਹੇ ਸਬਜੈਕਟ ਨੇ ਜਿਹੜੇ ਹਮੇਸ਼ਾ ਹਿੱਸਾ ਬਣ ਜਾਂਦੇ ਨੇ ਡਿਬੇਟ ਦਾ। ਫਰੀडम ਆਫ ਐਕਸਪ੍ਰੈਸ਼ਨ ਬਾਰੇ, ਇਜ਼ਹਾਰੇ ਖਿਆਲ ਦੀ ਆਜ਼ਾਦੀ ਬਾਰੇ, ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੀ ਟੁੱਟ ਭੰਨ ਬਾਰੇ, ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਸ ਕਿਸਮ ਦਾ ਰਾਸ਼ਟਰਵਾਦ ਬਣ ਰਿਹਾ ਹੈ। ਤੁਸੀਂ ਮੈਨੂੰ ਦੱਸੋ ਵੀ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੀ ਟੁੱਟ ਭੰਨ ਬਾਰੇ ਮੇਰੇ ਕਿਹੜਾ ਵੱਡਾ ਸ਼ਾਹਕਾਰ ਨਾਵਲ ਆ ਰਹੇ ਨੇ ਜੀ? ਕਿਹੜੀਆਂ ਫਿਲਮਾਂ ਪੰਜਾਬੀ ਦੀਆਂ ਨੇ? ਕਿਹੜੀਆਂ ਕਵਿਤਾਵਾਂ ਕਹੀਆਂ ਜਾ ਰਹੀਆਂ ਨੇ? ਕਿੱਥੇ ਨੇ ਉਹ ਸਾਰੇ ਸ਼ਾਹਰ? ਇਸ ਤੋਂ ਬਿਨਾਂ ਤਾਂ ਕੋਈ ਬਹਿਸ ਹੀ ਨਹੀਂ ਹੋਣੀ ਚਾਹੀਦੀ। ਦੇਸ਼ ਤਾਂ ਦਿਨ ਰਾਤ ਇਹਦੇ ਤੇ ਬਹਿਸ ਕਰ ਰਿਹਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਦੇਸ਼ ਵੀ ਜਿਹੜੀ ਬਹਿਸ ਕਰ ਰਿਹਾ ਨਾ, ਉਹ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈਗੀ। ਜਿਹੜੇ ਦੇਸ਼ ਨੂੰ ਤੁਸੀਂ ਦੇਸ਼ ਕਹਿ ਰਹੇ ਹੋ, ਉਹ ਦੇਸ਼ ਇਸ ਤੇ ਬਹਿਸ ਨਹੀਂ ਕਰ ਰਿਹਾ।
ਬਹੁਤ ਗਿਣਤੀ ਦੈਟਸ ਵੈਰੀ ਵੈਲ ਪੁੱਟ। ਬਹੁਤ ਗਿਣਤੀ ਜਿਹੜੀ ਹੈਗੀ ਹੈ ਅੱਜ ਉਸ ਬੁਖਾਰ ਦੀ ਘੁੱਕੀ ਚੋਂ ਬੋਲ ਰਹੀ ਹੈ, ਜਿਹੜਾ ਬੁਖਾਰ ਦੀ ਗੋਲੀ ਉਤਾਰਨ ਦੀ ਥਾਂ ਤੇ ਬੁਖਾਰ ਚੜਾਉਣ ਦੀ ਗੋਲੀ ਸਾਨੂੰ ਖਵਾਈ ਜਾ ਰਹੀ ਹੈ। ਉਸੇ ਨੂੰ ਕੋਈ ਚੰਗਾ ਹਕੀਮ ਵੀ ਤਾਂ ਚਾਹੀਦਾ ਮਾਫ ਸੀ ਕਰਨਾ, ਕੋਈ ਮਾਫ ਹਕਮਤ ਕਰਨਾ। ਵਾਲੇ ਵੀ ਤਾਂ ਚਾਹੀਦੇ ਸੀ। ਮੇਰੀ ਬੇਨਤੀ ਸੁਣ ਲਓ, ਜਿਹੜੀ ਸਦੀਆਂ ਦੀ ਗੁਲਾਮੀ ਹੁੰਦੀ ਹੈ ਨਾ, ਉਦੋਂ ਬਾਅਦ ਥੋੜੀ ਜਦੋਂ ਸਾਹ ਆਉਂਦਾ ਹੈ ਤੇ ਲੋਕਾਂ ਨੂੰ ਲੱਗਣ ਲੱਗਦਾ ਹਾਕਮ ਅਸੀਂ ਆ। ਅੱਜ ਸਾਡੀ ਬਹੁਤ ਗਿਣਤੀ ਉਹ ਆ ਜਿਹੜੀ ਇਸ ਭਰਮ ਦੇ ਵਿੱਚ ਜੀ ਰਹੀ ਹੈ ਕਿ ਹਾਕਮ ਅਸੀਂ ਆ। ਉਹਨਾਂ ਨੂੰ ਇਹ ਨਹੀਂ ਯਾਦ ਆ ਰਿਹਾ ਕਿ ਅਸੀਂ ਲੁੱਟੇ ਵੀ ਜਾ ਰਹੇ ਹਾਂ, ਕੁੱਟੇ ਵੀ ਜਾ ਰਹੇ ਹਾਂ, ਔਰ ਜਿਹੜੇ ਆਉਣ ਵਾਲੇ ਵਰਿਆਂ ਦੇ ਜਿਹੜੇ ਸਾਡੇ ਨਕਸ਼ੇ ਨੇ ਉਹ ਬਹੁਤੇ ਕੋਈ ਉਹ ਸੜਕ ਕਿਤੇ ਵੀ ਨਹੀਂ ਜਾਂਦੀ ਜਿਹੜੀ ਸੜਕ ਤੇ ਅਸੀਂ ਤੁਰੇ ਹੋਏ ਹਾਂ। ਅੱਜ ਜੇ ਅਜਮੇਰ ਦੀ ਗੱਲ ਕੀਤੀ ਇਹਨਾਂ ਨੇ, ਅਜਮੇਰ ਸਿੰਘ ਔਲਖ ਤਾਂ ਅਜਮੇਰ ਸਿੰਘ ਔਲਖ ਉਹ ਕੁਝ ਕਰ ਸਕਿਆ ਕਿਉਂਕਿ ਉਹਦੇ ਪਿੱਛੇ ਮੁਜ਼ਾਹਰਾ ਲਹਿਰ ਦਾ ਬਹੁਤ ਵੱਡਾ ਸੰਘਰਸ਼ ਸੀ। ਉਹਦੇ ਸਾਹਮਣੇ ਉਹਦੇ ਨਾਲ ਪਰਲੇ ਬੰਨੇ ਚਲੇ ਜਾ ਇੱਧਰ ਨੂੰ ਮੂਨਕ ਵਾਲੇ ਪਾਸੇ ਨੂੰ ਲਹਿਰਾ ਗਾਗਾ ਦੇ ਕੋਲ ਜਾ ਕੇ ਕਿਸ਼ਨਗੜ੍ਹ ਪਿੰਡ ਵੀ ਆਉਂਦਾ ਹੈ ਜਿੱਥੇ ਮੁਜ਼ਾਹਰਾ ਘੋਲਦਾ ਸਿੱਖ ਹੋਇਆ। ਅੱਜ ਕੋਈ ਹੱਥ ਨਹੀਂ ਲਾ ਰਿਹਾ ਲੈਂਡ ਰਿਫਾਰਮਸ ਦੀ ਬਹਿਸ ਨੂੰ। ਜਿਹਨੂੰ ਅੱਜ ਦਲਿਤਾਂ ਨੂੰ ਦੁਬਾਰਾ ਲੈਂਡ ਦੇਣ ਬਾਰੇ ਪੰਜਾਬ ਦੇ ਵਿੱਚ ਕਿੰਨੀਆਂ ਵੱਡੀਆਂ ਲੜਾਈਆਂ, ਕਿੰਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਪਾਟੇ ਪਏ ਨੇ ਕਿਉਂਕਿ ਸ਼ਾਮਲਟ ਜ਼ਮੀਨ ਦਾ 1/3 ਹਿੱਸਾ ਲਈ ਇੱਕ ਧੜਾ ਇੱਕ ਕੁਵਤ ਲੜ ਰਹੀ ਹੈ। ਬਿਲਕੁਲ ਉਹਦੇ ਬਾਰੇ ਕਿਹੜੀਆਂ ਕਹਾਣੀਆਂ, ਕਿੱਥੇ ਕੋਈ ਰੌਲਾ ਪੈ ਰਿਹਾ, ਕਿੱਥੇ ਕੋਈ ਇਹੋ ਜਿਹਾ ਲੇਖਕ ਅੱਗੇ ਨਿਤਰ ਕੇ ਆ ਰਹੇ ਨੇ। ਨਹੀਂ, ਹਰ ਥਾਂ ਤੇ ਲੇਖਕ ਨੇ ਨਹੀਂ ਆਉਣਾ ਹੁੰਦਾ। ਸੁਣੋ ਮੇਰੀ ਬੇਨਤੀ, ਦੇਖੋ ਇਹ ਗੱਲ ਕਦੇ ਨਾ ਭੁੱਲੋ, ਇਹ ਗੱਲ ਕਦੇ ਨਾ ਭੁੱਲੋ। ਮੇਰੀ ਗੱਲ ਸੁਣ ਲਓ, ਐਬਸੈਂਟ ਹੋ ਹੀ ਨਹੀਂ ਸਕਦਾ ਨਾ। ਜਿਹੜਾ ਸੁਸਾਇਟੀ ਦੇ ਵਿੱਚ ਜਿੰਨੀ ਹਰਕਤ ਹੋਣੀ ਹੈ ਉਹਦੇ ਮੁਤਾਬਕ ਹੀ ਲੇਖਕ ਦੀ ਲਿਖਤ ਵਿੱਚ ਬਰਕਤ ਆਉਣੀ ਹੈ। ਸਰ ਮੈਂ ਪੱਤਰਕਾਰ ਨੂੰ ਮਾਇਨਾ ਮਾਰਨਾ ਚਾਹਨਾ, ਤਾਨਾ ਦੇਣਾ ਚਾਹਨਾ ਕਿ ਤੂੰ ਲੇਖਕ ਵੱਲ ਦੇਖ। ਮੇਰਾ ਲੇਖਕ ਪੱਤਰਕਾਰ ਦੇ ਲੈਵਲ ਤੱਕ ਨਹੀਂ ਪਹੁੰਚ ਪਾ ਰਿਹਾ। ਮੈਂ ਤੁਹਾਡੀ ਗੱਲ ਨੂੰ ਇਹਦੇ ਵਿੱਚ ਮੈਂ ਆਪਣੀ ਗੱਲ ਐਡ ਕਰਨਾ ਚਾਹੁੰਦਾ ਜੀ। ਲੇਖਕ ਨੇ ਆਪਣੇ ਵੇਲੇ ਦੀ ਹਵਾ ਚੋਂ ਬਹੁਤ ਕੁਝ ਕਸ਼ੀਦ ਕਰਨਾ ਹੁੰਦਾ ਜੀ। ਜੇ ਲੇਖਕ ਸਮਾਜ ਤੋਂ ਪਿੱਛੇ ਚੱਲੇਗਾ ਤਾਂ ਲੋਕਾਂ ਨੇ ਲੇਖਕ ਨੂੰ ਨਹੀਂ ਪੜ੍ਹਨਾ। ਲੇਖਕ ਤਾਂ ਹੀ ਪੜ੍ਹਿਆ ਜਾਏਗਾ ਜੇ ਉਹ ਆਪਣੇ ਵੇਲੇ ਦਾ ਉਸ ਚੀਜ਼ ਨੂੰ ਸਮੈਲ ਕਰ ਲੇ ਜਿਹੜੀ ਵਾਪਰ ਜਾਣੀ ਆ। ਜਦੋਂ ਸਰਜੀਤ ਜੱਜ ਨੇ 10 ਸਾਲ ਪਹਿਲਾਂ ਇਹ ਗੀਤ ਲਿਖਿਆ ਸੀ ਕਿ ਤੂੰ ਰੋਣਾ ਚੰਦ ਸਿਆੜਾ ਨੂੰ ਇਹਨਾਂ ਸਾਰਾ ਦੇਸ਼ ਵਿਕਾ ਦੇਣਾ, ਪਰ ਉਹ ਗੀਤ ਪਾਪੂਲਰ ਕਦੋਂ ਹੋਇਆ? ਕਿਸਾਨ ਅੰਦੋਲਨ ਦੇ ਵਿੱਚ। ਕਿਸਾਨ ਅੰਦੋਲਨ ਦੇ ਵਿੱਚ ਉਹ ਗੀਤ ਇੰਨਾ ਪ੍ਰਚਲਿਤ ਹੋਇਆ, ਇੰਨਾ ਗਾਇਆ ਗਿਆ, ਮੈਕਸਿਮਮ ਸਟੇਜਾਂ ਤੇ ਉਹ ਗੀਤ ਗਾਇਆ ਗਿਆ। ਕੋਈ ਲੇਖਕ ਕੋਈ ਰਚਨਾ ਪਰ ਅਣਗੌਲੀ ਨਹੀਂ ਰਹੇਗੀ, ਉਹਦਾ ਸਮਾਂ ਆ ਕੇ ਉਹ 10 ਸਾਲ ਪਹਿਲਾਂ ਲਿਖੀ ਗਈ ਰਚਨਾ ਸੀ। ਬਿਲਕੁਲ। ਸੋ ਮੈਂ ਇਹ ਕਹਿੰਦਾ ਕਿ ਜੇ ਲੇਖਕ ਸਮਾਜ ਤੋਂ ਅੱਗੇ ਨਹੀਂ ਚੱਲਦਾ, ਜਿਵੇਂ ਕਿਹਾ ਸੀਗਾ ਮੁਨਸ਼ੀ ਪ੍ਰੇਮਚੰਦ ਨੇ, ਮੈਂ ਮੰਨ ਰਿਹਾ ਕਿ ਲੇਖਕ ਸਮਾਜ ਦੇ ਅੱਗੇ ਚੱਲਣ ਵਾਲੀ ਮਿਸਾਲ ਹੁੰਦਾ ਆ। ਜੇ ਲੇਖਕ ਮਿਸਾਲ ਵਾਲੀ ਭੂਮਿਕਾ ਨਹੀਂ ਨਿਭਾਏਗਾ ਤਾਂ ਉਹਦੇ ਵਰਕੇ ਕੀਤੇ ਕਾਲੇ ਨਾ ਕਿ ਇੱਕ ਤਲਹਨ ਹੋ ਜਾਂਦਾ ਹੈ ਕਿ ਸੁਰਿੰਦਰ ਜੋਧਕਾ ਆ ਕੇ ਉਹਦੇ ਤੇ ਪੂਰਾ ਐਕੈਡੈਮਿਕ ਵਰਕ ਕਰ ਦਿੰਦਾ ਹੈ। ਪਰ ਮੇਰੇ ਕੋਲ ਉਹਦੇ ਤੇ ਕੋਈ ਫਿਲਮ, ਕੋਈ ਵੱਡਾ ਗ੍ਰੈਂਡ ਨਾਟਕ, ਵੱਡਾ ਸ਼ਾਹਕਾਰ ਨਹੀਂ ਹੁੰਦਾ। ਫਿਲਮ ਬਣਦੀ ਆ, ਜੇ ਸੰਗਰੂਰ ਦੀਆਂ ਕਿਸਾਨ ਖੁਦਕੁਸ਼ੀਆਂ ਤੇ ਫਿਲਮ ਬਣਦੀ ਆ ਹਾਰਵੈਸਟ ਆਫ ਗ੍ਰੀਫ, ਤਾਂ ਉਹ ਵੀ ਅਨਵਰ ਜਮਾਲ ਬਣਾਉਂਦਾ, ਪੰਜਾਬ ਦੇ ਕਿਸੇ ਡਾਇਰੈਕਟਰ ਨੇ ਨਹੀਂ ਬਣਾਈ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਵੱਡੀਆਂ ਮੂਵਮੈਂਟਸ ਦਾ ਅਸਰ ਹੁੰਦਾ। ਜਿਵੇਂ ਕਿਸਾਨ ਅੰਦੋਲਨ ਨੇ ਇੱਕ ਬਹੁਤ ਵੱਡਾ ਅਸਰ ਪਾਇਆ। ਕਿਸਾਨ ਅੰਦੋਲਨ ਨੇ ਪੰਜਾਬੀ ਗੀਤ ਦਾ ਮੁਹਾਨ ਬਦਲ ਕੇ ਰੱਖ ਦਿੱਤਾ। ਪੰਜਾਬੀ ਗੀਤ ਜਿਹਦੇ ਵਿੱਚ ਕਿਸਾਨ ਨੂੰ ਬੈਲੀ ਫਾਇਰ ਕਰਨ ਵਾਲਾ, ਕਚਹਿਰੀ 'ਚ ਸਗੋਂ ਗੱਲ ਨਹੀਂ ਕਰ ਸਕੇ, ਮੈਂ ਕਾਮੇਡੀ ਦੀ ਵੀ ਗੱਲ ਨਹੀਂ ਕਰ ਕਚਹਿਰੀ 'ਚ ਫਾਇਰ ਕਰਨ ਵਾਲਾ ਦਿਖਾਇਆ ਸੀ। ਇਸ ਦੌਰ ਦੇ ਵਿੱਚ ਗੀਤ ਨੇ ਇੱਕ ਮੋੜਾ ਕੱਟਿਆ ਔਰ ਗੀਤ ਸਾਡਾ ਇੰਨਾ ਸਮਾਜਿਕ ਸਰੋਕਾਰਾਂ ਵੱਲ ਨੂੰ ਆਇਆ ਕਿ ਸਾਡੇ ਨਵੇਂ ਗੀਤਕਾਰ ਪੈਦਾ ਹੋਏ। ਨਰਿੰਦਰ ਬੀਬਾ ਦੀ ਆਵਾਜ਼ ਆ, ਊੜਾ ਐੜਾ ਈੜੀ ਵਾਲੀ, ਤੂੰ ਚੱਲ ਖੇਤਾਂ ਵੱਲ ਤੇ ਮੈਂ ਵੰਜਾ ਸਕੂਲ ਨੂੰ ਵੰਜਾ। ਕਿੰਨੇ ਮੁੰਡੇ ਨਵੇਂ ਪੈਦਾ ਹੋਏ ਨੇ। ਤੁਸੀਂ ਦੇਖੋ ਉਹਦੇ ਵਿੱਚ ਬਰੀ ਰਾਏ ਆ, ਉਹਦੇ ਵਿੱਚ ਵੀਰ ਸਿੰਘ ਆ, ਉਹਦੇ ਲਾਸਟ 10 ਸੈਕਿੰਡਸ ਜੀ। ਲਾਸਟ ਕਿਸਾਨ ਮੋਰਚੇ ਦੀ ਗੱਲ ਕਰਦੇ ਆ, 1.25 ਸਾਲ ਦਾ ਇੰਪੈਕਟ ਲੱਭ ਰਿਹਾ। ਕਹਿਣ ਦਾ ਬੜਾ ਦਿਲ ਕਰਦਾ ਵੀ ਸਾਡਾ ਲੇਖਕ ਤੇ ਉੱਥੇ ਨਹੀਂ ਪਹੁੰਚ ਸਕਿਆ ਜਿੱਥੇ ਮੂਸੇਵਾਲਾ ਪਹੁੰਚ ਰਿਹਾ। ਮੈਂ ਕਹਿੰਦਾ 1978 ਤੋਂ ਲੈ ਕੇ 93-94 ਤੱਕ ਪੰਜਾਬ ਦੇ ਵਿੱਚ 25,000 ਸਿਵੇ ਬਲਿਆਂ ਦਾ ਰਿਕਾਰਡ ਹੈ ਆਪਣੇ ਕੋਲ। ਉਹ ਲਿਟਰੇਚਰ 'ਚ ਕਿੱਥੇ ਆ? ਸੋਸ਼ਲ ਰਿਐਲਿਟੀ ਵੱਲੋਂ ਸਾਡੇ ਲੇਖਕ ਨੇ ਉੱਥੇ ਗਵਾਚਿਆ ਜਿੱਥੇ 10 ਲੱਖ ਲਾਸ਼ਾਂ ਦੇ ਲੇਖਕ ਨੇ ਜਾ ਕੇ ਵਰਬਲ ਹਿਸਟਰੀ ਰਿਕਾਰਡ। ਮੈਂ ਕਹਿੰਦਾ ਜੀ ਕਿ 10 ਲੱਖ ਲਾਸ਼ਾਂ ਦਾ ਵੀ ਰੁਦਨ ਕਰਨ ਦਾ ਵਕਤ ਅਸੀਂ 75 ਸਾਲ ਬਾਅਦ ਕੱਢਿਆ। ਸੋ ਸਾਡੀ ਟ੍ਰੈਜੇਡੀ ਹੈ ਕਿ ਅਸੀਂ ਸੋਸ਼ਲ ਰਿਐਲਿਟੀ ਨੂੰ ਉਸ ਹੱਦ ਤੱਕ ਸਮਝਣ ਦਾ ਚਾਹੁੰਦਾ ਲਾਸਟ ਵਿੱਚ। ਉਹ ਆ ਕਿ ਸਾਡਾ ਸਧਾਰਨ ਪੇਂਡੂ ਮੁੰਡਾ, ਨਵਾਂ ਮੁੰਡਾ, ਨਵੀਆਂ ਕੁੜੀਆਂ ਜਿਹੜੀ ਅਸੀਂ ਨਵੇਂ ਇੱਕ ਘੱਟੋ ਘੱਟ 10,000 ਦੀ ਫੌਜ ਤਿਆਰ ਹੋਈ ਇਸ ਕਿਸਾਨ ਅੰਦੋਲਨ 'ਚ, ਨਵੇਂ ਮੁੰਡੇ ਕੁੜੀਆਂ ਕਲਮਾਂ ਤੋਂ ਹੀ ਆਸ ਬਚੀ ਹੈ। ਹਾਂ, ਔਰ ਜਿਹੜੇ ਇਹ ਲਿਖਦੇ ਨੇ ਕਿ ਮਹਿਲਾਂ ਦੀ ਅੱਖ ਜਿਹਦੇ ਤੇ ਫਿਕਰਾਂ ਉਸ ਬਾਗ ਦੀਆਂ ਨਹੀਂ, ਜਾਤੀ ਜਾਂ ਧਰਮ ਦੀਆਂ ਨਹੀਂ, ਮੰਗਾਂ ਪੰਜਾਬ ਦੀਆਂ ਨੇ। ਸਾਡਾ ਗੀਤ ਇੰਨਾ ਸੈਕੂਲਰ। ਮੈਂ ਓਵਰ ਟਾਈਮ ਬਸ ਗਿਆ ਹੀ ਤਾਂ ਬਈ ਕੋਈ ਜਾਂਦੇ ਜਾਂਦੇ ਕੋਈ ਆਸ ਦੀ ਕਿਰਨ ਤੁਸੀਂ ਦਿੱਤੀ ਹੈ। ਉਹ ਜਿਹੜੀਆਂ ਨਵੀਆਂ ਕਲਮਾਂ ਨੇ
ਉਹਨਾਂ ਤੋਂ ਹੀ ਆਸ ਹੈ। ਜੇ ਪ੍ਰੋਫੈਸਰ ਜਿਸ ਹਿਸਾਬ ਨਾਲ ਨੰਬਰ ਦਿੰਦੇ ਹੁੰਦੇ ਨੇ ਨਾ ਸਕੂਲਾਂ 'ਚ ਯੂਨੀਵਰਸਿਟੀਆਂ 'ਚ, ਕਿੰਨੇ ਵਾਲਾ ਪਾਸ ਕਰਦੇ? 33% ਵਾਲਾ। 33 ਤੇ ਮੈਨੂੰ ਲੱਗਦਾ ਪੰਜਾਬ ਦੇ ਲੇਖਾਂ ਦੇ ਤੁਸੀਂ ਨਹੀਂ ਦਿੱਤੇ, ਕੰਪਾਰਟਮੈਂਟ ਵਾਲਾ ਹੀ ਅਸੀਂ ਹਾਲ ਆਪ ਹੈ। ਉਹਨਾਂ ਨੂੰ ਲੈ ਕੇ ਸ਼ਾਮਲ ਹਾਂ ਯਾਰ। ਜੇ ਇਹ ਹਾਲ ਹੈ ਜਿਸ ਨੂੰ ਮਾਂ ਦਾ ਦਰਜਾ ਦਿੰਦੇ ਹਾਂ ਅਸੀਂ ਉਸ ਜ਼ੁਬਾਨ ਦੇ ਵਿੱਚ ਕਿ ਸਾਡੀ ਮਾਂ ਬੋਲੀ ਦੇ ਨਾਲ ਵਾਬਸਤਾ ਲੇਖਕਾਂ ਦਾ, ਜੇ ਇਹ ਹਾਲ ਹੈ ਤਾਂ ਫਿਕਰ ਦੀ ਘੜੀ ਹੈ। ਇਹ ਠੀਕ ਹੈ ਕਿ ਬਹੁਤ ਨਿਰਾਸ਼ ਨਹੀਂ ਹੋਣਾ ਚਾਹੀਦਾ, ਪਰ ਥੋੜ੍ਹਾ ਜਿਹਾ ਹਕੀਕਤ ਨੂੰ ਦੇਖਣਾ ਚਾਹੀਦਾ ਹੈ ਤੇ ਆਪਣੇ ਆਪ ਨਾਲ ਵਾਬਸਤਗੀ, ਆਪਣੇ ਸਮਿਆਂ ਨਾਲ ਵਾਬਸਤਗੀ ਤੇ ਭਵਿੱਖ ਤੁਹਾਡਾ ਕਿਹੋ ਜਿਹਾ ਹੋਏਗਾ ਜੇ ਉਹਦਾ ਜ਼ਿੰਮਾ ਇਹਨਾਂ ਲੇਖਕਾਂ ਦੇ ਸਿਰ ਹੈ ਤਾਂ ਫਿਰ ਇਹ ਸਾਹਿਤ ਸਭਾਵਾਂ ਤੇ ਤਮਾਮ ਜਿੰਨੇ ਵੀ ਇਹ ਚਿੰਤਨੀ ਜਾਂ ਕਬਜ਼ਾ ਕਰਨ ਵਾਲੀਆਂ ਸਭਾਵਾਂ ਨੇ, ਇਹਨਾਂ ਸਾਰਿਆਂ ਨੂੰ, ਇਹਨਾਂ ਲੇਖਕਾਂ ਨੂੰ, ਕੁਝ ਤਾਂ ਸਰਟੀਫਿਕੇਟ ਧਾਰੀ ਨੇ, ਮਤਲਬ 4-5 ਹਜ਼ਾਰ ਤੇ ਕੋਲ ਤਾਂ ਸਰਟੀਫਿਕੇਟ ਹੋਣਾ ਹੀ ਹੈ ਕਿ ਅਸੀਂ ਲੇਖਕ ਹੈਗੇ ਹਾਂ, ਕੇਂਦਰੀ ਪੰਜਾਬੀ ਲੇਖਕ ਸਭਾ 1 ਜਾਂ 2 ਜਾਂ ਸਿੱਖੋ ਜਾਂ ਫਲਾਣੀ ਨੂੰ ਪਾ ਕੇ, ਫਿਰ ਇਹਨਾਂ ਦੀ ਕੋਈ ਜਵਾਬਦੇਹੀ ਕਿਧਰੇ ਬਣਦੀ ਵੀ ਹੈ। ਬਹੁਤ ਸਾਰੇ ਅੰਦੋਲਨ ਲੜਨ ਵਾਲੇ ਨੇ, ਉਹਦੇ ਵਿੱਚ ਇੱਕ ਇਹ ਅੰਦੋਲਨ ਸ਼ਬਦਾਂ ਦੇ ਨਾਲ ਘੁਲਣ ਵਾਲਿਆਂ ਦੇ ਖਿਲਾਫ ਜਾਂ ਉਹਨਾਂ ਨਾਲ ਰਲ ਕੇ ਵੀ ਲੜਨ ਵਾਲਾ ਬਾਕੀ ਅਜੇ ਪਿਆ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰੱਖਾ।